ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। परम सम्मानयोग गुरु प्यारे गुरु सवारे सत्संगी जनो, आप सारिਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਦੀ ਗੁਰਮਤਿ ਕਲਾਸ ਵਿੱਚ ਸਾਡੇ ਨਾਲ ਕੈਪਟਨ ਯਸ਼ਪਾਲ ਸਿੰਘ ਜੀ ਵੀਰ ਜੀ ਹਾਜ਼ਰ ਹਨ, ਜੋ ਸੰਗਤ ਦੇ ਵਿਸ਼ੇ ਦੇ ਉੱਤੇ ਪ੍ਰੈਜੈਂਟੇਸ਼ਨ ਸਾਡੇ ਨਾਲ ਸਾਂਝੀ ਕਰਨਗੇ। ਮੈਂ ਕੈਪਟਨ ਯਸ਼ਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਅੱਜ ਦੀ ਇਹ ਪ੍ਰੈਜੈਂਟੇਸ਼ਨ ਜੋ ਕਰਨ। ਕੈਪਟਨ ਯਸ਼ਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਸਾਧ ਸੰਗਤ ਜੀ ਨੂੰ ਦਾਸ ਵੱਲੋਂ ਫਤਿਹ। ਤੇ ਅਸੀਂ ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਸੰਗਤ ਦੇ ਉੱਤੇ ਅਸੀਂ ਗੱਲ ਕਰਾਂਗੇ। ਜਨਰਲ ਸਤਸੰਗਤ ਦੀ ਗੱਲ ਵੀ ਹੋਏਗੀ ਤੇ ਕੁਝ ਸੰਗਤ ਦੀ ਗੱਲ ਵੀ ਹੋਏਗੀ, ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਲੈ ਕੇ, ਬਾਣੀ ਵਿੱਚੋਂ ਹਵਾਲੇ ਲੈ ਕੇ ਅਸੀਂ ਕੁਝ ਪੰਕਤੀਆਂ ਸਾਂਝੀਆਂ ਕਰਾਂਗੇ ਅਤੇ ਅਸੀਂ ਦੇਖਾਂਗੇ ਕਿ ਸਾਡੇ ਜੀਵਨ ਵਿੱਚ ਜਿਹੜਾ ਸੰਗਤ ਹੈ ਉਹਦਾ ਮਾੜਾ ਤੇ ਚੰਗਾ ਪ੍ਰਭਾਵ ਕਿਵੇਂ ਪੈਂਦਾ ਹੈ ਅਤੇ ਕੀ ਪੈਂਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖੋ ਦੋਏ ਫਲ ਲਾਏ। ਅਰਥਾਤ ਮਾਇਆ ਰੂਪੀ ਬਿਖ ਜ਼ਹਿਰ ਅਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ, ਇਹ ਦੋਨੋਂ ਅਕਾਲ ਪੁਰਖ ਕਰਤਾਰ ਨੇ ਆਪ ਹੀ ਬਣਾਏ ਹਨ। ਤੇ ਸੰਸਾਰ ਰੂਪੀ ਬਿਰਖ ਜੋ ਰੁੱਖ ਹੈਗਾ, ਤਰਵਰ ਹੈਗਾ, ਦਰਖਤ ਹੈਗਾ, ਉਸਨੂੰ ਇਹ ਦੋਨੋਂ ਹੀ ਫਲ ਲਾਏ ਹਨ। ਅਰਥਾਤ ਮਾਇਆ ਦਾ ਵੀ ਤੇ ਪਰਮਾਤਮਾ ਦਾ ਜੋ ਨਾਮ ਰੂਪੀ, ਇਹ ਦੋਨਾਂ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਸੰਸਾਰ ਦੀ ਕਾਰ ਇਹ ਦੋ ਵਿੱਚ ਚੱਲਦੀ ਹੈ। ਜਿਵੇਂ ਕਿ ਗੁਰੂ ਸਾਹਿਬ ਇੱਕ ਜਗ੍ਹਾ ਹੋਰ ਫਰਮਾਉਂਦੇ ਹਨ, ਲਿਵ ਧਾਤ ਦੋਏ ਰਾਹ ਹੈ। ਇੱਕ ਰਸਤਾ ਲਿਵ ਦਾ ਹੈਗਾ, ਲਗਨ ਦਾ, ਪਰਮਾਤਮਾ ਦੇ ਨਾਲ ਪਿਆਰ ਦਾ, ਤੇ ਦੂਜਾ ਧਾਤ ਦਾ, ਭਟਕਣਾ ਦਾ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ, ਇੱਕ ਰਾਹ ਹੈਗਾ ਗੁਰਮੁਖਤਾਈ ਵਾਲਾ ਤੇ ਦੂਜਾ ਰਾਹ ਹੈਗਾ ਮਨਮੁਖਤਾਈ ਵਾਲਾ। ਸੋ ਇਹ ਦੋਨੋਂ ਪੱਖ ਜਿਹੜੇ ਹੈਗੇ ਨੇ ਇਸ ਸੰਸਾਰ ਵਿੱਚ ਹਰ ਵੇਲੇ ਨਾਲੋਂ ਨਾਲ ਚੱਲਦੇ ਰਹਿੰਦੇ ਹਨ। ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਸਮਝਾਉਂਦੇ ਹਨ, ਕਹਿੰਦੇ ਕਬੀਰ ਮਨ ਪੰਖੀ ਭਿਓ, ਉੱਡ ਉੱਡ ਦਹ ਦਿਸ ਜਾਏ। ਜਿਵੇਂ ਪੰਖੀ ਇੱਕ ਦਰਖਤ ਤੋਂ ਦੂਜੇ ਦਰਖਤ, ਦੂਜੇ ਤੋਂ ਤੀਜੇ, ਥਾਂ ਥਾਂ ਤੇ ਉੱਡਦੇ ਨੇ, ਕਈ ਦਰਖਤਾਂ ਤੇ ਬੈਠਦੇ ਨੇ। ਕਹਿੰਦੇ ਮਨ ਵੀ ਪੰਖੀ ਦੀ ਤਰ੍ਹਾਂ ਚੰਚਲ ਹੈ ਤੇ ਉੱਡ ਉੱਡ ਜਾਂਦਾ ਹੈ। ਤੇ ਉੱਡ ਉੱਡ ਦਹ ਦਿਸ ਜਾਏ, ਦਹ ਦਿਸ ਮਨੇ 10 ਦਿਸ਼ਾਵਾਂ ਵਿੱਚ, ਅਰਥਾਤ ਹਰ ਪਾਸੇ। 10 ਦਿਸ਼ਾਵਾਂ ਕਿਹੜੀਆਂ? ਉੱਤਰ, ਦੱਖਣ, ਪੂਰਬ, ਪੱਛਮ। ਫਿਰ ਉੱਤਰ ਪੂਰਬ, ਉੱਤਰ ਦੱਖਣ, ਫਿਰ ਆ ਗਈ ਤੁਹਾਡੀ ਆਪਣਾ ਦੱਖਣ ਪੂਰਬ, ਦੱਖਣ ਪੱਛਮ, ਤੇ ਫਿਰ ਪਤਾਲ ਤੇ ਆਕਾਸ਼। ਇਹ 10 ਦਿਸ਼ਾਵਾਂ ਇੱਕ ਮੁਹਾਵਰਾ ਹੈ, ਅਰਥਾਤ ਹਰ ਪਾਸੇ। ਸੋ ਮਨ ਪੰਖੀ ਦੀ ਨਿਆਈ ਉੱਡ ਉੱਡ ਕੇ ਜਾਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਅਰਥਾਤ ਜਿਹੋ ਜਿਹੇ ਰੁੱਖ ਦੇ ਉੱਤੇ ਪੰਖੀ ਬੈਠੇਗਾ, ਉਸ ਰੁੱਖ ਤੇ ਜਿਹੋ ਜਿਹਾ ਫਲ ਲੱਗਾ ਹੋਏਗਾ, ਉਸ ਪੰਖੀ ਨੂੰ ਉਹੀ ਫਲ ਖਾਣ ਨੂੰ ਮਿਲੇਗਾ। ਇਹੀ ਸੁਭਾਅ ਮਨ ਦਾ ਹੈ। ਮਨ ਜਿਹੋ ਜਿਹੀ ਸੰਗਤ ਵਿੱਚ ਬੈਠੇਗਾ, ਉਹਨੂੰ ਉਸੇ ਤਰ੍ਹਾਂ ਦੇ ਵਿਚਾਰ ਰੂਪੀ ਫਲ ਜਿਹੜੇ ਨੇ ਉਸ ਮਨ ਤੇ ਪ੍ਰਭਾਵ ਪਾਉਣਗੇ। ਉਹਦਾ ਮਨ ਉਹਨਾਂ ਵਿਚਾਰਾਂ ਰੂਪੀ ਭੋਜਨ ਨੂੰ ਹੀ ਛਕੇਗਾ, ਚਾਹੇ ਉਹ ਵਿਚਾਰ ਚੰਗੇ ਨੇ ਚਾਹੇ ਮੰਦੇ ਹਨ। ਕੇਵਲ ਮਨੁੱਖਾਂ ਦੇ ਇਕੱਠ ਨੂੰ ਸੰਗਤ, ਜਾਂ ਅਸੀਂ ਆਮ ਜਿਹਾ ਸਤ ਸੰਗਤ ਕਹਿੰਦੇ ਹਾਂ, ਪੋਜ਼ਿਟਿਵ ਸੈਂਸ ਵਿੱਚ ਹੀ ਲੈਂਦੇ ਹਾਂ, ਆਪਾਂ ਨਹੀਂ ਕਹਿ ਸਕਦੇ। ਇਸ ਗੱਲ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਕਿ ਕੇਵਲ ਇਕੱਠ ਜਿਹੜਾ ਹੈ ਉਹਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਪਹਿਲੀ ਗੱਲ ਤੇ ਹੈ। ਤੇ ਦੂਜੀ ਗੱਲ, ਜਿਹੜਾ ਸੰਗ ਹੈ ਉਹ ਦੋ ਕਿਸਮ ਦਾ ਹੈ। ਇੱਕ ਹੈਗਾ ਕੁਸੰਗ ਤੇ ਦੂਜਾ ਹੈਗਾ ਸਤਸੰਗ। ਕੁਸੰਗ ਤੋਂ ਬਚਣਾ ਹੈ ਤੇ ਸਤਸੰਗ ਨਾਲ ਜੁੜਨਾ ਹੈ। ਅਰਥਾਤ ਇਹ ਵੀ ਇੱਕ ਉਦਮ ਵਾਲਾ ਕੰਮ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨ ਤੇ ਬੀਜ ਬੀਜਦਾ ਹੈ, ਪਰ ਨਦੀਨ ਆਪੇ ਹੀ ਉਗਦਾ ਹੈ। ਅਰਥਾਤ ਜਿਹੜੀ ਫਸਲ ਚਾਹੀਦੀ ਹੈ ਉਹਦਾ ਬੀਜ ਬੀਜਣਾ ਪੈਂਦਾ ਹੈ, ਨਦੀਨ ਆਪੇ ਹੀ ਉਗਦਾ ਹੈ।
ਹੋਰ ਗੱਲ ਦੇਖੀਏ, ਜੀਵਨ ਵਿੱਚ ਭੈੜੀਆਂ ਆਦਤਾਂ ਆਪੇ ਹੀ ਪੈ ਜਾਂਦੀਆਂ ਹਨ, ਪਰ ਚੰਗੀਆਂ ਆਦਤਾਂ ਪਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਕੁਦਰਤੀ ਸੁਭਾਅ ਕੁਸੰਗ ਵਾਲੇ ਪਾਸੇ ਹੀ ਲੈ ਕੇ ਜਾਂਦਾ ਹੈ ਤੇ ਸਤਸੰਗ ਲਈ ਮਨ ਮਾਰਨਾ ਪੈਂਦਾ ਹੈ, ਉਦਮ ਕਰਨਾ ਪੈਂਦਾ ਹੈ, ਲੰਬੀ ਸੋਚ ਇਖਤਿਆਰ ਕਰਨੀ ਪੈਂਦੀ ਹੈ। ਸੋ ਇਸ ਕਰਕੇ ਇਹ ਵੀ ਇੱਕ ਉਦਮ ਵਾਲਾ ਤੇ ਸੁਚੇਤਨਾ ਵਾਲਾ, ਇੱਕ ਚੇਤਨਾ ਵਾਲਾ ਜਾਗੇ ਰਹਿਣ ਦਾ ਇੱਕ ਮਤਲਬ ਕਿ ਕੰਮ ਹੈ। ਇਹ ਮਤਲਬ ਕਿ ਸਤਸੰਗ ਸਹਿਜ ਸੁਭਾਅ ਨਹੀਂ ਹੁੰਦਾ, ਸਤਸੰਗ ਲਈ ਉਦਮ ਕਰਨਾ ਪੈਂਦਾ ਹੈ। ਸਤਸੰਗਤ ਤੋਂ ਬੰਦੇ ਦੀ ਜਾਂ ਸੰਗਤ ਤੋਂ ਬੰਦੇ ਦੀ ਪਛਾਣ ਕਿਵੇਂ ਆਉਂਦੀ ਹੈ? ਛੋਟੇ ਹੁੰਦੇ ਸਾਰਿਆਂ ਨੇ ਕਹਾਣੀ ਪੜ੍ਹੀ ਹੈ ਸੰਗਤ ਦੀ। ਇੱਕ ਪਿਓ ਨੇ ਆਪਣੇ ਪੁੱਤਰ ਨੂੰ ਸਮਝਾਉਣਾ ਸੀ, ਉਹ ਸੇਬ ਲੈ ਕੇ ਆਇਆ, ਇੱਕ ਮਾੜਾ ਸੜਿਆ ਸੇਬ ਪਾਤਾ ਤੇ ਬਾਕੀ ਦੇ ਸੇਬ ਵੀ ਸੜ ਗਏ। ਤੇ ਉਧਰੋਂ ਦੀ ਫਿਰ ਉਹ ਜੋ ਸਿੱਖਿਆ ਦਿੱਤੀ ਗਈ ਸੀ ਉਹ ਇਹ ਸੀਗੀ ਕਿ a person is known by the company one keeps, a one is known by the company one keeps। ਵੀ ਮਨੁੱਖ ਦੀ ਪਛਾਣ ਉਹਦੇ ਸੰਗ ਤੋਂ ਹੁੰਦੀ ਹੈ। ਅਸੀਂ ਜਾਣਦੇ ਹਾਂ ਪੁਰਾਤਨ ਸਮੇਂ ਵਿੱਚ ਨੈਣ ਜਾਂ ਨਾਈ ਜਿਹੜੇ ਰਿਸ਼ਤੇ ਕਰਦੇ ਹੁੰਦੇ ਸੀਗੇ, ਜਾਂ ਪੁਰਾਣੇ ਬਜ਼ੁਰਗ ਕੁੜੀ ਮੁੰਡੇ ਦਾ ਰਿਸ਼ਤਾ ਕਰਦੇ ਹੁੰਦੇ ਸੀਗੇ, ਤੇ ਉਹ ਬਸ ਇਹੀ ਦੇਖ ਲੈਂਦੇ ਸੀਗੇ ਵੀ ਇਹ ਮੁੰਡੇ ਦੀ ਉੱਠਣੀ ਬੈਠਣੀ ਕਿਹਨਾਂ ਦੇ ਨਾਲ ਹੈਗੀ, ਤੇ ਜੇ ਉਹਦੀ ਉੱਠਣੀ ਬੈਠਣੀ ਉਹ ਗੁਰਦੁਆਰੇ ਜਿਹੜੇ ਸੇਵਾ ਕਰਦੇ ਨੇ ਜਾਂ ਕੋਈ ਚੰਗੇ ਕੰਮ ਕਰਦੇ ਨੇ, ਉਦਮੀ ਨੇ, ਕਿਰਤੀ ਨੇ, ਉਹਨਾਂ ਨਾਲ ਤੇ ਉਧਰੋਂ ਦੀ ਪਤਾ ਲੱਗ ਜਾਂਦਾ ਹੈ। ਤੇ ਜੇ ਉਹਦੀ ਸੰਗਤ ਜੁਆਰੀਆਂ ਨਾਲ, ਸ਼ਰਾਬੀਆਂ ਨਾਲ ਹੈਗੀ ਹੈ, ਤੇ ਉਧਰੋਂ ਦੀ ਅੰਦਾਜ਼ਾ ਲੱਗ ਜਾਂਦਾ ਸੀਗਾ ਵੀ ਉਹਦੇ ਵੀ ਜੁਆਰੀ ਹੋਣ ਦੀ ਜਾਂ ਸ਼ਰਾਬੀ ਹੋਣ ਦੀ, ਨਸ਼ੇੜੀ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਜਦੋਂ ਅੱਗੇ ਵਧੇ ਤੇ ਫਿਰ ਮੈਂ ਜਹਾਜ਼ ਤੇ ਗਏ ਕਿਤਾਬ ਪੜ੍ਹ ਰਿਹਾ ਸੀ, ਤੇ ਉੱਥੇ ਮੈਨੂੰ ਇੱਕ ਕੋਟੇਸ਼ਨ ਪੜ੍ਹਨ ਨੂੰ ਮਿਲੀ, ਮੈਨੂੰ ਹਾਲ ਤੱਕ ਯਾਦ ਹੈ। ਇਹਦਾ ਅੱਗੇ ਫਿਰ ਵਿਕਾਸ ਹੋਇਆ ਜਿੱਦਾਂ ਇਸ ਗੱਲ ਦਾ, ਤੇ ਕਹਿੰਦੇ one is known by the books one reads। ਮੈਨੂੰ ਇਹ ਵੀ ਗੱਲ ਬੜੀ ਵਧੀਆ ਲੱਗੀ ਵੀ ਮਨੁੱਖ ਕਿਹੋ ਜਿਹੀਆਂ ਕਿਤਾਬਾਂ ਪੜ੍ਹਦਾ ਹੈ, ਉਧਰੋਂ ਵੀ ਮਨੁੱਖ ਦੀ ਸ਼ਖਸੀਅਤ ਦੀ ਪਛਾਣ ਹੋ ਜਾਂਦੀ ਹੈ। ਤਾਂ ਮੈਨੂੰ ਇਹ ਲੱਗਾ ਕਿ ਇਹ ਬੜੀ ਵਧੀਆ ਗੱਲ ਹੈ। ਪਹਿਲੇ ਸੀਗਾ person is known by the company one keeps, ਤੇ ਦੂਜਾ ਗੱਲ ਆ ਗਿਆ one is known by the books one reads। ਫਿਰ ਜਹਾਜ਼ ਤੇ ਰਹਿੰਦੇ ਰਹਿੰਦੇ ਇੰਟਰਨੈਟ ਆ ਗਿਆ, ਤੇ ਮੇਰੇ ਦਿਮਾਗ 'ਚ ਇੱਕ ਸਹਿਜ ਸੁਭਾਅ ਗੱਲ ਆਈ ਕਿ ਮੈਂ ਕਿਹਾ one is known by the websites one visits। ਵੀ ਅਸੀਂ ਕਿਹੋ ਜਿਹੀ ਵੈਬਸਾਈਟਸ ਵਿਜ਼ਿਟ ਕਰਦੇ ਹਾਂ, ਉੱਧਰੋਂ ਵੀ ਬੰਦੇ ਦੀ ਸ਼ਖਸੀਅਤ ਦਾ ਪਤਾ ਲੱਗ ਜਾਂਦਾ ਹੈ। ਫਿਰ ਸਮਾਰਟਫੋਨ ਆ ਗਏ, ਤੇ ਫਿਰ ਮੇਰੇ ਦਿਮਾਗ 'ਚ ਇੱਕ ਹੋਰ ਆਈਡੀਆ ਆ ਗਿਆ। ਮੈਂ ਕਿਹਾ one is known by the apps one downloads। ਅਰਥਾਤ ਮਨੁੱਖ ਕਿਹੋ ਜਿਹੀਆਂ ਐਪਲੀਕੇਸ਼ਨਸ ਡਾਊਨਲੋਡ ਕਰਦਾ ਹੈ, ਉੱਧਰੋਂ ਵੀ ਮਨੁੱਖ ਦੀ ਸ਼ਖਸੀਅਤ ਦਾ ਪਤਾ ਲੱਗ ਜਾਂਦਾ ਹੈ। ਸੋ ਦੇਖੋ ਕਿੱਥੋਂ ਗੱਲ ਤੁਰੀ ਸੀ, ਮਨੁੱਖਾਂ ਦਾ ਸੰਗ, ਫਿਰ ਕਿਤਾਬਾਂ ਦਾ ਸੰਗ, ਵੈਬਸਾਈਟ ਦਾ ਵਿਜ਼ਿਟਿੰਗ ਤੇ ਐਪਸ ਦਾ ਡਾਊਨਲੋਡ ਹੋਣਾ। ਇਹ ਸਾਰੀਆਂ ਚੀਜ਼ਾਂ ਸਾਡੀ ਸ਼ਖਸੀਅਤ ਨੂੰ ਦਰਸਾਉਂਦੀਆਂ ਵੀ ਨੇ ਤੇ ਸਾਡੀ ਸ਼ਖਸੀਅਤ ਨੂੰ ਪ੍ਰਭਾਵਿਤ ਵੀ ਕਰਦੀਆਂ ਨੇ। ਸੋ ਸਤਸੰਗਤ ਦੀ ਪਛਾਣ ਕੀ ਹੈ? ਜਿੱਦਾਂ ਕਿ ਅਸੀਂ ਕਿਹਾ ਕਿ ਸਿਰਫ ਮਨੁੱਖਾਂ ਦਾ ਇਕੱਠ ਜਿਹੜਾ ਹੈ ਉਹਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਸੋ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਬੜੀ ਵਾਰ ਇਹ ਪੰਕਤੀਆਂ ਅਸੀਂ ਸੁਣੀਆਂ ਨੇ, ਆਮ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸਤਸੰਗਤ ਕਿਹੋ ਜਿਹੀ ਜਾਣੀ ਜਾ ਸਕਦੀ, ਕਿਵੇਂ ਪਤਾ ਲੱਗੇ ਸਤਸੰਗਤ ਕੀ ਹੈ? ਤੇ ਕਹਿੰਦੇ ਉਹਦੀ ਇੱਕੋ ਨਿਸ਼ਾਨੀ ਹੈ ਕਿ ਉੱਥੇ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ, ਉਹਦੇ ਗੁਣ, ਉਹਦੇ ਨਾਮ ਦੀ ਵਿਆਖਿਆ ਹੋਣੀ ਚਾਹੀਦੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਇਹ ਨਾਨਕ ਸਤਿਗੁਰੂ ਨੇ ਮੈਨੂੰ ਇਹ ਸੂਝ ਬੂਝ ਬਖਸ਼ ਦਿੱਤੀ ਹੈ ਕਿ ਉਹ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹੀ ਉਹਦਾ ਹੁਕਮ ਹੈ। ਨਾਮ ਅਤੇ ਹੁਕਮ ਦੋਨੋਂ ਬਦਲਵੇਂ ਰੂਪ ਵਿੱਚ ਬਦਲੇ ਜਾਂਦੇ, ਵਰਤੇ ਜਾਂਦੇ ਹਨ। ਗੁਰਬਾਣੀ ਵਿੱਚ ਬੜੀ ਜਗ੍ਹਾ ਹੈ, ਜਿਵੇਂ ਧਰਤੀ ਨੂੰ ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ ਪਵਨ ਪਾਣੀ ਵੈਸੰਤਰ ਗਾਵੇਂ ਤੁਧਨੋਂ ਪਵਨ ਪਾਣੀ ਵੈਸੰਤਰ, ਵੀ ਉਹ ਵੀ ਗਾ ਰਹੇ ਨੇ, ਉਹ ਸਿਮਰਨ ਵੀ ਕਰ ਰਹੇ ਨੇ। ਜਾਂ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਭੈ ਵਿੱਚ ਨੇ, ਹੁਕਮ ਵਿੱਚ ਨੇ। ਜਾਂ ਅਸੀਂ ਜਦੋਂ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਤੇ ਫਿਰ ਉਹਦੇ ਵਿੱਚ ਆ ਜਾਂਦਾ ਹੈ ਸੁਖਮਨੀ ਸਾਹਿਬ ਨਾਮ ਕੇ ਤਾਰੇ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਗਲੇ, ਪੰਕਤੀਆਂ ਮੈਨੂੰ ਯਾਦ ਨਹੀਂ ਆ ਰਹੀਆਂ, ਵੀ ਨਾਮ ਔਰ ਹੁਕਮ ਜਿਹੜਾ ਹੈ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ, ਚਲੋ ਖਿਮਾ ਚਾਨਣਾ ਜੀ ਮੈਨੂੰ ਪੰਕਤੀ ਵਿਸਰ ਗਈ। ਸੋ ਨਾਮ ਅਤੇ ਹੁਕਮ ਜਿਹੜੇ ਨੇ ਉਹ ਬਦਲਵੇਂ ਰੂਪ ਵਿੱਚ ਵਰਤੇ ਜਾਂਦੇ ਨੇ। ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਜੋ ਸਿੱਟਾ ਨਿਕਲਣਾ ਚਾਹੀਦਾ ਹੈ ਉਹ ਇਹ ਹੋਏ ਕਿ ਪਰਮਾਤਮਾ ਦੇ ਹੁਕਮ ਦੀ ਸੂਝ-ਬੂਝ ਆਵੇ ਤੇ ਪਰਮਾਤਮਾ ਦੇ ਕੀਤੇ ਨੂੰ, ਹੁਕਮ ਨੂੰ ਸਿਰ ਮੱਥੇ ਮੰਨਿਆ ਜਾਵੇ।
एक जगह गुरु साहब इसकी व्याख्या बड़ी सोहनी करते हैं, कहते जब लग हुक्म न बूझता तब ही लो दुखिया, गुर मिल हुक्म पछाणिया तब ही ते सुखिया, तब ही लो सुखिया। ठीक है। सो एक होर उदाहरण है, सत्संगत सतगुर चटसाल है जित हर गुण सिखा। हर गुण सिखा अर्थात जिथे हरि दे गुणा की सिखलाई दी जाती है। चटसाल का मतलब होंदा है स्कूल पाठशाला, जिथे चाटड़े पढ़ते हैं, चाटड़े मैंने चेले। सो सतसंगत की है, सतसंगत सतगुरु की पाठशाला है जिथे नाम की व्याख्या की जाती है, अकाल पुरख के परमात्मा के गुणों की व्याख्या की जाती है, उन्होंने गुणों की विचार की जाती है, तो उन्होंने गुणों को धारण करने की प्रेरणा की जाती है, जीवन में अपनाने की गल की जाती है, हरि दे गुणों को सिखिया जाता है। यह वे सतसंगत की पछाण। कुसंग तो हमेशा बचना है, मतलब कि जिदा कि क्या है कि एफर्ट करने पैंदे ने, जिवें नदीन पटना पैंदा है, नदीन आपे उग जाता है। इस करके कुसंग के बारे सुचेत रहना है, तो उस तो बच के रहना है। देखो भगत कबीर जी कितना सोहना समझाते हैं, कहते कबीर मारी मरो कुसंग की, अर्थात कुसंग की मार की मारी, कुसंग का जिहड़ा असर है, उत्थे जिहड़े विचार होणगे, उन्हां दी मारी ते मैं मर जावांगी, अर्थात मैं आत्मिक मौत सहेड़ लवांगी। तो उदाहरण देंदे ने, कहते केले निकट जो बेर, कहते बेरी के बूटे तुसीं देखिया होना है, बेरी के बूटे नूं बरीक बरीक तिखे कंडे हुंदे ने, सूलां हुंदियां ने, ते उहदे कोल तुसीं केले का बूटा भी देखिया होना है, लंबे लंबे चौड़े चौड़े पत्ते हुंदे ने। कहते उही हाल है भी कबीर भी कुसंग की मार का बंदा आत्मिक मौत ते मरदा है। किस तरह, जिवें कहते केले दे नेड़े बेर होवे, बेरी का बूटा होवे, ते उदाहरण लै लो, वो झूला है, हवा चलती है ते केले दे पत्ते झूटते ने, झूले खांदे ने, हिलदे ने, ते वो चीरीए ते ओहदियां सूलां विच फिरदे ने, ते चीरे जांदे ने, केले दे पत्ते चीरे जांदे ने। साकत संग ना हेर, हेर मैंने उहदा देखना, तांग रखनी। कहते हे भाई इस करके साकतां दे संग दी तांग ना रखो भी उत्थे जाके ए मौजां करांगे, ए मस्ती करांगे, इदां होएगा उदां होएगा, ए खावांगे ए पीवांगे। कहते साकत दे संग तो दूर रहना चाहिए है, जो परमात्मा दे टुटिया होया है, मायाधारी है, उस तो दूर रहना चाहिए है, ते उन्हां दी संगत विच रह के आत्मिक जिहड़ी तरक्की है उन्होंने बहुत वड्डा नुकसान हुंदा है। ते अगले श्लोक कहते हैं, कबीर संगत करिए साध की, कि हे कबीर गुरु की संगत करनी चाहिए है, साधु की संगत भी, गुरु साधु की संगत करनी चाहिए है। अंत करे निर्वाह, ए अंत तक निबड़ती है, निर्वाह करती है, अंत तक सिरे चढ़ती है, निभदी है। साकत संग न कीजिए, जड़ा मायाधारी है, माया का प्रेमी है, परमात्मा टुटा है, वह संग नहीं करना चाहिए। जानते हुए बिना, बिना मैंने विनाश, जेदी संगत विच रह के सिर ते सिर बर्बादी ही पल्ले पैंदी है, दुख कलेश निराशा बेचैनी चिंता ते आत्मिक मौत पल्ले पैंदी है। साकत का संग नहीं करना चाहिए, तो संग तो हमेशा बचना है। सो कहते सच्ची बैसक तिना संग, बैसक माने बैठक, बिताया हुआ समा बैठ के सत्थ जिहड़ी कली, सच्ची बैसक तिना संग जिन संग जपिया नाम। कहते सच्चा बैठना, पक्का बैठना, बड़ी पक्की निभण वाली बैठक जिहड़ी है, बिताया हुआ समा उन्हां दे संग ही सफल है। जिन संग जपिया नाम, जिन्हां दे नाल परमात्मा का नाम चेते आवे, परमात्मा की बंदगी वल प्रेरणा मिले, परमात्मा के नाम की गल होवे, गुणा की गल होवे। कहते तिन संग संग ना कीचेई, पहले संग दे गगे नूं सिहारी है, ਇਹਦਾ मतलब नाल, उन्हां दे नाल, ते दूजे संग दे गगे नूं औंकड़े, अर्थात उन्हां दा साथ, उन्हां दे नाल साथ ना कीचीए, ना कीचे नहीं करना चाहिए। नानक जिना अपना सुआओ, सुआओ का मतलब होंदा है गर्ज, स्वार्थ, अर्थात जिस मनुख नूं, जिस जिहड़ा मनुख लालची बिरती दा हैगा, एक जगह होर भी गुरु साहब कहते हैं, कहते लोभी का विसाह ना कीजिए, जो लोभी मनुख है
ਉੱਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ। ਸੋ ਜਿੰਨਾ ਆਪਣਾ ਸੁਭਾਅ, ਜਿਸ ਮਨੁੱਖ ਦਾ ਜੋ ਸਿਰਫ ਉਹਦੇ ਮਨ 'ਚ ਆਪਣਾ ਹਿੱਤ ਹੈ, ਆਪਣਾ ਸਵਾਰਥ ਹੈ, ਆਪਣੀ ਗਰਜ਼ ਹੈ, ਕਹਿੰਦੇ ਉਹਨਾਂ ਦਾ ਸਾਥ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਨਾਲ ਰਹਿ ਕੇ ਹਮੇਸ਼ਾ ਜਿਹੜੀ ਬਰਬਾਦੀ ਹੀ ਪੱਲੇ ਪੈਂਦੀ ਹੈ, ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਸਤ ਸੰਗਤ ਕਿਉਂ ਜ਼ਰੂਰੀ ਹੈ? ਅਸੀਂ ਜਾਣਦੇ ਹਾਂ, ਗੁਰੂ ਸਾਹਿਬ ਸਾਨੂੰ ਪ੍ਰੇਰਣਾ ਕਰਦੇ ਹਨ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਨ ਲਾਲਚ ਬਿਰਥਾ ਜਨਮ ਪ੍ਰਾਣੀ, ਭਈ ਪ੍ਰਾਪਤ ਮਾਨਵ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਕਹਿੰਦੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ। ਭਾਵ ਦਾ ਮਤਲਬ ਸ਼ਰਧਾ, ਭਾਵਨਾ, ਪਿਆਰ। ਅਕਾਲ ਪੁਰਖ ਦੇ ਨਾਲ ਪਿਆਰ ਪਾਉਣਾ ਹੈ। ਪਰ ਗੁਰੂ ਸਾਹਿਬ ਭਗਤ ਰਵਿਦਾਸ ਜੀ ਸਮਝਾਉਂਦੇ ਹਨ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਸੰਗਤ ਤੋਂ ਬਿਨਾ, ਗੁਰੂ ਦੀ ਸੰਗਤ ਤੋਂ ਬਿਨਾ, ਜਾਂ ਜਿਹੜੇ ਆਲਰੇਡੀ ਜੁੜੇ ਹੋਏ ਨੇ ਗੁਰਮੁਖਾਂ ਦੀ ਸੰਗਤ ਤੋਂ ਬਿਨਾ ਭਾਉ, ਸ਼ਰਧਾ, ਪ੍ਰੇਮ, ਵਿਸ਼ਵਾਸ, ਭਰੋਸਾ, ਸਿਦਕ ਨਹੀਂ ਪੈਦਾ ਹੁੰਦਾ। ਤੇ ਭਾਵ ਬਿਨ, ਤੇ ਭਾਵਨਾ ਤੋਂ ਬਿਨਾ, ਉਹ ਸ਼ਰਧਾ ਤੋਂ ਬਿਨਾ ਭਗਤ ਨਹੀਂ ਹੋਏ ਤੇਰੀ। ਇਹ ਵਾਹਿਗੁਰੂ ਜੀ ਤੇਰੀ ਭਗਤੀ ਦੇ ਭਾਵਨਾ ਤੋਂ ਬਿਨਾ, ਸ਼ਰਧਾ ਤੋਂ ਬਿਨਾ ਹੁੰਦੀ ਨਹੀਂ। ਕਹਿ ਰਵਿਦਾਸ ਇੱਕ ਬੇਨਤੀ ਹਰਸਿਓ। ਰਵਿਦਾਸ ਜੀ ਕਹਿੰਦੇ ਹਨ ਕਿ ਮੇਰੀ ਹਰੀ ਅੱਗੇ, ਪ੍ਰਮਾਤਮਾ ਅੱਗੇ, ਵਾਹਿਗੁਰੂ ਅੱਗੇ ਕਿ ਬੇਨਤੀ ਹੈ, ਪੈਜ ਰੱਖੋ ਰਾਜਾ ਰਾਮ ਮੇਰੀ। हे ਰਾਜਨ, हे ਮੇਰੇ ਰਾਜਾ, हे ਮੇਰੇ ਰਾਮ, हे ਮੇਰੇ ਵਾਹਿਗੁਰੂ, ਮੇਰੀ ਇੱਜ਼ਤ ਰੱਖੋ, ਮੇਰੀ ਲਾਜ ਰੱਖੋ, ਤੇ ਮੈਨੂੰ ਸਤ ਸੰਗਤ ਦਾ ਨਿਵਾਸ ਬਖਸ਼ੋ। ਮੈਨੂੰ ਸਤ ਸੰਗਤ ਦਾ ਜਿਹੜਾ ਸਬੱਬ ਹੈ ਉਹ ਮਿਲਿਆ ਰਵੇ, ਉਹਦੇ ਨਾਲ ਮੇਰਾ ਜੋੜ ਮੇਲ ਬਣਿਆ ਰਹੇ। ਫਿਰ ਅੱਗੇ ਕਹਿੰਦੇ ਨੇ, ਕਹਿੰਦੇ ਵੱਡਾ ਸਾਹਿਬ ਅਗਮ ਅਥਾਹ। ਉਹ ਜਿਹੜਾ ਮਾਲਿਕ ਹੈ, ਸਾਹਿਬ ਨੇ ਮਾਲਿਕ, ਬੜਾ ਵੱਡਾ ਹੈ। ਅਗਮ ਮਨੁੱਖੀ ਬੁੱਧੀ ਦੀ ਪਹੁੰਚ ਤੋਂ ਬਹੁਤ ਪਰੇ ਹੈ। ਅਥਾਹ ਜਿਹਦੀ ਕੋਈ ਥਾਂ ਨਹੀਂ ਪਾਈ ਜਾ ਸਕਦੀ। ਉਹ ਇੰਨਾ ਡੂੰਘਾ ਹੈ, ਇੰਨੇ ਗਹਿਰੇ ਗੁਣਾਂ ਦਾ ਹੈ, ਇੰਨਾ ਗੰਭੀਰ ਹੈ। ਅਥਾਹ ਜਿਹਦੀ ਕੋਈ ਥਾਂ ਨਹੀਂ ਪਾਈ ਜਾ ਸਕਦੀ। ਕਿਉਂ ਮਿਲੀ ਹੈ ਪ੍ਰਭ ਬੇਪਰਵਾਹ? ਉਹ ਪਰਮਾਤਮਾ ਜਿਹੜਾ ਬੇਪਰਵਾਹ ਹੈ, ਜਿਹਨੂੰ ਕਿਸੇ ਦੀ ਕਾਣ ਨਹੀਂ, ਜੋ ਕਿਸੇ ਦਾ ਮੁਹਤਾਜ ਨਹੀਂ, ਜੋ ਕਿਸੇ ਦੇ ਕਹੇ ਨਹੀਂ ਚੱਲਦਾ। ਦੀਓ ਪੁੱਛਣਾ ਮਸਲਤ ਤਰੈ, ਜੋ ਕੁਛ ਕਰੈ ਸੋ ਆਪੇ ਕਰੈ। ਸੋ ਕਹਿੰਦੇ ਕਿਉਂ ਮਿਲੀ ਹੈ ਪ੍ਰਭ ਬੇਪਰਵਾਹ? ਐਸਾ ਬੇਪਰਵਾਹ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋਵੇ? ਫਿਰ ਕਹਿੰਦੇ ਕਾਟ ਸਿਲਕ। ਸਿਲਕ ਹੁੰਦੀ ਹੈ ਫਾਹੀ, ਰੱਸੀ, ਜੰਜੀਰ, ਬੰਧਨਾਂ ਵਾਲੀ। ਕਹਿੰਦੇ ਕਾਟ ਕੱਟ ਕੇ, ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏਂਦਾ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜਿਸ ਮੁਲਕ ਤੇ ਕਿਰਪਾ ਕਰਦਾ ਹੈ ਤੇ ਉਹਦੀ ਬੰਧਨਾਂ ਦੀ, ਮਾਇਆ ਦੀ ਫਾਹੀ ਕੱਟ ਕੇ, ਸਿਲਕ ਕੱਟ ਕੇ ਉਹਨੂੰ ਮਾਰਗ ਤੇ ਪਾ ਦਿੰਦਾ ਹੈ, ਭਗਤੀ ਦੇ ਮਾਰਗ ਤੇ ਪਾ ਦਿੰਦਾ ਹੈ। ਤੇ ਉਹ ਕਿੱਦਾਂ ਕਰਦਾ ਹੈ? ਸੋ ਵਿੱਚ ਸੰਗਤ ਵਾਸਾ ਪਾਏਂਦਾ, ਉਹਦਾ ਨਿਵਾਸ ਉਸ ਸੰਗਤ ਵਿੱਚ ਕਰ ਦਿੰਦਾ। ਅਰਥਾਤ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਵੀ ਕਰਨੀ ਹੁੰਦੀ ਹੈ ਤੇ ਉਸ ਮਨੁੱਖ ਨੂੰ ਸੰਗਤ ਦਾ ਨਿਵਾਸ, ਸੰਗਤ ਦਾ ਸਾਥ ਬਖਸ਼ਦਾ ਹੈ, ਤੇ ਫਿਰ ਸੰਗਤ ਵਿੱਚ ਉਹਦਾ ਨਿਵਾਸ ਕਰਾ ਕੇ ਫਿਰ ਉਹਦੀ ਮਾਇਆ ਦੀ ਸਿਲਕ ਜਿਹੜੀ ਕੱਢ ਦਿੰਦਾ ਹੈ ਤੇ ਸਿੱਧੇ ਰਸਤੇ ਪਾਉਂਦਾ ਹੈ। ਸਤ ਸੰਗਤ ਦੀਆਂ ਬਰਕਤਾਂ। ਕਹਿੰਦੇ ਜਨਮ ਮਰਨ ਕੀ ਮਿਟੀ ਜਮ ਤਰਾਸ। ਜਨਮ ਮਰਨ ਦੇ ਗੇੜ ਦਾ ਜੋ ਇੱਕ ਖੌਫ ਹੈ, ਡਰ ਹੈ, ਤਰਾਹੇ ਹੈ, ਜਮਾ ਦਾ ਜੋ ਡਰ ਹੈ, ਮੌਤ ਦਾ ਡਰ ਹੈ, ਉਹ ਚੁੱਕਿਆ ਜਾਂਦਾ ਹੈ, ਮਿਟ ਜਾਂਦਾ ਹੈ। ਜਨਮ ਮਰਨ ਦੇ ਗੇੜ ਦਾ ਜਿਹੜਾ ਸੰਸਾ ਹੈ, ਸਹਿਮ ਹੈ, ਉਹ ਵੀ ਦੂਰ ਹੋ ਜਾਂਦਾ ਹੈ। ਸਾਧ ਸੰਗਤ ਊਂਧ, ਊਂਧ ਮਾਨੇ ਉਲਟਿਆ ਹੋਇਆ, ਪੁੱਠਾ ਹੋਇਆ, ਕੰਬਲ, ਹਿਰਦਾ ਰੂਪੀ ਕੰਬਲ, ਵਿਗਾਸ, ਵਿਗਾਸ ਮਾਨੇ ਖਿੜ ਜਾਂਦਾ ਹੈ, ਵਿਗਸ ਜਾਂਦਾ ਹੈ। ਅਰਥਾਤ ਸਤ ਸੰਗਤ ਦੀ ਬਰਕਤ ਦੇ ਨਾਲ ਜਿਹੜਾ ਹਿਰਦਾ ਰੂਪੀ ਕਮਲ ਪਹਿਲਾਂ ਮਾਇਆ ਵਾਲੇ ਪਾਸੇ ਪਲਟਿਆ ਹੋਇਆ ਸੀ, ਮੁਰਝਾਇਆ ਸੀ, ਰੁੱਖਾ ਸੀ, ਬੇਰਸਾ ਸੀ, ਢਹਿੰਦੀ ਕਲਾ ਵਿੱਚ ਸੀ, ਚਿੰਤਾ ਤੁਰ ਸੀ, ਉਹ ਫਿਰ ਕੀ ਹੁੰਦਾ ਹੈ? ਉਹ ਅਕਾਲ ਪੁਰਖ ਪਰਮਾਤਮਾ ਵਾਲੇ ਪਾਸੇ ਪਰਤ ਜਾਂਦਾ ਹੈ, ਖਿੜ ਜਾਂਦਾ ਹੈ। ਵਿਗਾਸ, ਖੁਸ਼ੀ, ਆਨੰਦ, ਖੇੜਾ, ਚੜ੍ਹਦੀ ਕਲਾ, ਉਸ ਪਾਸੇ। ਅਰਥਾਤ ਸਤ ਸੰਗਤ ਵਿੱਚ ਜਾ ਕੇ, ਗੁਰੂ ਦੀ ਸੰਗਤ ਕਰਕੇ ਮੁਰਝਾਇਆ ਜਿਹੜਾ ਕਮਲ ਦਾ ਫੁੱਲ ਰੂਪੀ ਹਿਰਦਾ ਹੈ, ਉਹ ਖਿੜ ਜਾਂਦਾ ਹੈ, ਜੀਵਨ ਆਨੰਦਮਈ ਹੋ ਜਾਂਦਾ ਹੈ।
ਜੀਵਨ ਵਿੱਚ ਖੁਸ਼ੀ ਆ ਜਾਂਦੀ ਹੈ, ਸਦੀਵੀ ਸੁੱਖ ਆ ਜਾਂਦਾ ਹੈ। ਕਹਿੰਦੇ ਗੁਣ ਗਾਵਤ ਨਿਹਚਲ ਵਿਸਰਾਮ। ਤੇ ਸਤਸੰਗਤ ਵਿੱਚ ਜਾ ਕੇ ਫਿਰ ਕੀ ਹੁੰਦਾ, ਏਕੋ ਨਾਮ ਅਖਾਣੀ ਹੈ, ਤੇ ਗੁਣ ਗਾਏ ਜਾਂਦੇ ਨੇ। ਤੇ ਪਰਮਾਤਮਾ ਦੇ ਗੁਣ ਗਾ ਕੇ ਨਿਹਚਲ ਮੈਨੇ ਜਿਹਨੂੰ ਜੋ ਚਲਾਇਮਾਨ ਨਹੀਂ ਹੈਗਾ, ਜੋ ਡੋਲਦਾ ਨਹੀਂ ਹੈਗਾ। ਮਾਇਆ ਆਪਣੇ ਹੱਲੇ ਕਰਦੀ ਹੈ, ਮਾਇਆ ਦੇ ਹੱਲੇ ਹੁੰਦੇ ਨੇ। ਉਹ ਮਨੁੱਖ ਰਹਿੰਦਾ ਤੇ ਇੱਧਰ ਹੀ ਹੈ, ਸਮਾਜ ਵਿੱਚ ਹੀ ਰਹਿੰਦਾ ਹੈ, ਮਾਇਆ ਦੇ ਵਿੱਚ ਹੀ ਉਹਦਾ ਨਿਵਾਸ ਹੁੰਦਾ ਹੈ। ਪਰ ਉਹ ਨਿਹਚਲ ਵਿਸਰਾਮ, ਵਿਸਰਾਮ ਮੈਨੇ ਆਰਾਮ ਵਾਲਾ, ਸ਼ਾਂਤਮਈ ਟਿਕਾਣਾ। ਨਿਹਚਲ ਜਿਹੜਾ ਅਡੋਲ ਹੈ, ਜੋ ਮਾਇਆ ਦੇ ਹਿਲਾਇਆ, ਮਾਇਆ ਦੇ ਡੁਲਾਇਆ ਹਿਲਦਾ ਨਹੀਂ ਹੈਗਾ, ਉਹ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜੋ ਨਿਹਚਲ ਵਿਸਰਾਮ ਵਾਲੀ ਅਵਸਥਾ ਹੁੰਦੀ ਹੈ। ਤੇ ਪੂਰਨ ਹੋਏ ਸਗਲੇ ਕਾਮ। ਤੇ ਉਸ ਮਨੁੱਖ ਦੇ ਸਾਰੇ ਕੰਮ ਜਿਹੜੇ ਨੇ ਉਹ ਸਿਰੇ ਚੜ ਜਾਂਦੇ ਨੇ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦੀ ਉਹਦੇ ਤੇ ਪੂਰਨ ਰੂਪ ਚ ਬਖਸ਼ਿਸ਼ ਹੋ ਜਾਂਦੀ ਹੈ। ਤੇ ਕਹਿੰਦੇ ਉੱਤਮ ਸੰਗਤ ਉੱਤਮ ਹੋਵੇ। ਉੱਤਮ ਦਾ ਮਤਲਬ ਕੀ ਹੁੰਦਾ ਹੈ, ਸ੍ਰੇਸ਼ਟ, ਨੰਬਰ 1। ਤੇ ਨੰਬਰ 1 ਸੰਗਤ ਕਿਹੜੀ ਹੈ, ਗੁਰੂ ਦੀ ਸੰਗਤ ਹੈਗੀ ਹੈ, ਗੁਰੂ ਦੀ ਬਾਣੀ ਦੀ ਸੰਗਤ ਹੈਗੀ ਹੈ। ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਗੁਰਮੁਖ ਨੇ, ਉਹਨਾਂ ਦੀ ਸੰਗਤ ਹੈਗੀ ਹੈ। ਸੋ ਕਹਿੰਦੇ ਉੱਤਮ ਸੰਗਤ ਉੱਤਮ ਹੋਵੇ। ਜਿਹੜਾ ਮਨੁੱਖ ਸ੍ਰੇਸ਼ਟ ਗੁਰੂ ਦੀ ਸ੍ਰੇਸ਼ਟ ਸੰਗਤ ਕਰਦਾ ਹੈ, ਉਹ ਆਪ ਵੀ ਸ੍ਰੇਸ਼ਟ ਬਣ ਜਾਂਦਾ ਹੈ। ਕਹਿੰਦੇ ਗੁਣ ਕੋ ਧਾਵੈ। ਇੱਥੇ ਧਾਵੈ ਦਾ ਮਤਲਬ ਦੌੜਦਾ ਹੈ। ਉਹ ਫਿਰ ਗੁਣਾਂ ਵਾਲੇ ਪਾਸੇ ਪ੍ਰੇਰਿਤ ਹੁੰਦਾ ਹੈ। ਉਹਦਾ ਸਾਰਾ ਉਦਮ ਜਿਹੜਾ ਹੈ ਉਹ ਗੁਣਾਂ ਨੂੰ ਇਕੱਠੇ ਕਰਨ, ਗੁਣਾਂ ਨੂੰ ਸੰਗ੍ਰਹਿਣ ਕਰਨ ਵਾਲੇ ਪਾਸੇ ਤੁਰ ਪੈਂਦਾ ਹੈ। ਪਹਿਲਾਂ ਤੇ ਕੌਡੀਆਂ ਇਕੱਠੀਆਂ ਕਰ ਰਿਹਾ ਹੁੰਦਾ ਹੈ, ਪਰ ਜਦੋਂ ਗੁਰੂ ਦੀ ਸੰਗਤ ਕਰਦਾ ਫਿਰ ਉਹ ਹੀਰੇ ਮੋਤੀ ਜਵਾਹਰ ਮਾਣਕ ਜਿਹੜਾ ਹੈ ਉਹ ਇਕੱਠੇ ਕਰਦਾ ਹੈ। ਉਹ ਕਿਹੜੇ ਹੈਗੇ ਨੇ ਹੀਰੇ ਜਵਾਹਰ ਮਾਣਕ ਮੋਤੀ? ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਮਰਤਾ, ਮਿੱਠਾ ਬੋਲਣਾ, ਬੁਰੇ ਦਾ ਭਲਾ ਕਰਨਾ, ਸਰਬਤ ਦਾ ਭਲਾ ਮੰਗਣਾ, ਜਿਗਰਾ ਵੱਡਾ ਕਰਨਾ, ਬੇਅੰਤ ਗੁਣ ਨੇ ਅਕਾਲ ਪੁਰਖ ਪਰਮਾਤਮਾ ਦੇ। ਸੋ ਗੁਣ ਕੋ ਧਾਵੈ, ਉਹ ਫਿਰ ਗੁਣਾਂ ਵਾਲੇ ਪਾਸੇ ਉਦਮਸ਼ੀਲ ਹੋ ਜਾਂਦਾ ਹੈ ਤੇ ਅਵਗਣਤ ਹੋਵੇ। ਤੇ ਇਹਨਾਂ ਗੁਣਾਂ ਨੂੰ ਇਕੱਠੇ ਕਰਨ ਦੀ, ਗੁਣਾਂ ਨੂੰ ਸੰਗ੍ਰਹਿ ਕਰਨ ਦੀ ਬਰਕਤ ਸਦਕਾ ਜਿਹੜੇ ਆਪਣੇ ਅਵਗਣ ਨੇ, ਵਿਕਾਰ ਨੇ, ਉਹਨਾਂ ਨੂੰ ਧੋਣਾ ਸ਼ੁਰੂ ਕਰ ਦਿੰਦਾ ਹੈ। ਇਹ ਹੈਗੀਆਂ ਸਤ ਸੰਗਤ ਦੀਆਂ ਬਰਕਤਾਂ। ਹੋਰ ਦੇਖੀਏ, ਐ ਜੀ ਸਦਾ ਦਿਆਲ ਦਇਆ ਕਰ, ਰਵਿਆ ਗੁਰਮਤਿ ਭ੍ਰਮਣ ਚੁਕਾਈ, ਪਾਰਸ ਭੇਟ ਕੰਚਨ ਧਾਤ ਹੋਈ, ਸਤ ਸੰਗਤ ਕੀ ਵਡਿਆਈ। ਐ ਜੀ, ਇਹ ਭਾਈ, ਇਹ ਮੇਰੇ ਮਿੱਤਰ ਸੁਣ, ਸਦਾ ਦਿਆਲ, ਉਹ ਵਾਹਿਗੁਰੂ ਸਦਾ ਸਦਾ ਦਇਆ ਦਾ ਸੋਮਾ ਹੈ, ਦਇਆ ਦਾ ਘਰ ਹੈ। ਦਇਆ ਕਰ, ਆਪਣੇ ਜੀਵਾਂ ਤੇ ਸਦਾ ਹੀ ਦਇਆ ਕਰਦਾ ਹੈ। ਰਵਿਆ ਗੁਰਮਤ, ਰਵਿਆ ਮੈਨੇ ਸਿਮਰਿਆ, ਗੁਰਮਤ ਮੈਨੇ ਗੁਰੂ ਦੀ ਮੱਤ ਰਾਹੀਂ। ਜਿਸ ਮਨੁੱਖ ਨੇ ਗੁਰੂ ਦੀ ਮੱਤ ਗ੍ਰਹਿਣ ਕਰਕੇ, ਗੁਰੂ ਦੇ ਮੱਤ ਦੀ ਰਾਹੀਂ, ਗੁਰੂ ਦੀ ਮੱਤ ਦਾ ਸਹਾਰਾ ਲੈ ਕੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕੀਤਾ। ਹੁਣ ਦੇਖੋ ਬੜੀ ਸਪਸ਼ਟ ਗੱਲ ਹੋ ਜਾਂਦੀ ਹੈ, ਪਰਮਾਤਮਾ ਦਾ ਸਿਮਰਨ ਵੀ ਅੰਦਾਜ਼ੇ ਨਾਲ ਨਹੀਂ ਕਰਨਾ, ਅੰਦਾਜ਼ੇ ਨਾਲ ਨਹੀਂ, ਗੁਰਮਤ ਦੇ ਰਾਹੀਂ। ਜੋ ਤੁਮਰਾ ਜਸ ਕਹਤੇ ਗੁਰਮਤ, ਹਨਾ, ਗੁਰੂ ਦੀ ਮੱਤ ਦੇ ਰਾਹੀਂ ਹਰੀ ਦਾ ਜਸ ਕਹਿਣਾ ਹੈ। ਸੋ ਰਵਿਆ ਗੁਰਮਤ ਭ੍ਰਮਣ ਚੁਕਾਈ, ਉਹਦੀ ਸਾਰੀ ਭ੍ਰਮਣ ਮੈਨੇ ਭਟਕਣਾ, ਚੁਕਾਈ ਚੁੱਕੀ ਜਾਂਦੀ ਹੈ, ਮੁੱਕ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਫਿਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਉਹਦਾ ਸਾਰਾ ਜਿਹੜਾ ਭਟਕਣਾ ਹੈਗੀ ਏ ਉਹ ਚੁੱਕੀ ਜਾਂਦੀ ਹੈ। ਕਹਿੰਦੇ ਪਾਰਸ ਭੇਟ, ਪਾਰਸ ਨੂੰ ਮਿਲ ਕੇ, ਕੰਚਨ ਧਾਤ ਹੋਈ, ਕੰਚਨ ਮੈਨੇ ਸੋਨਾ, ਧਾਤ ਮੈਨੇ ਕੋਈ ਵੀ ਧਾਤੂ, ਲੋਹਾ ਹੋ ਗਿਆ, ਜਿਸਤ ਹੋ ਗਿਆ, ਮੈਟਲਸ ਜਿਹੜੇ ਹੈਗੇ ਨੇ, ਸਧਾਰਨ ਧਾਤੂ ਜਿਹੜੀ ਏ ਉਹ ਪਾਰਸ ਨੂੰ ਮਿਲ ਕੇ ਸੋਨਾ ਬਣ ਜਾਂਦੀ ਏ। ਕਹਿੰਦੇ ਸਤ ਸੰਗਤ ਕੀ ਵਡਿਆਈ, ਇਹ ਵੀ ਸਤਸੰਗਤ ਦੀ ਵਡਿਆਈ ਵੀ ਇਸ ਤਰ੍ਹਾਂ ਪਾਰਸ ਵਰਗੀ ਏ। ਜਿਵੇਂ ਪਾਰਸ ਨੂੰ ਮਿਲ ਕੇ ਸਧਾਰਨ ਧਾਤੂ ਜਿਹੜੀ ਹੈ ਉਹ ਸੋਨਾ ਬਣ ਜਾਂਦੀ ਹੈ, ਇਸੀ ਤਰ੍ਹਾਂ ਸੰਗਤ ਕਰਕੇ ਸਧਾਰਨ ਮਨੁੱਖ ਦੇਵਤਾ ਬਣ ਜਾਂਦਾ ਹੈ। ਮਾਨਸ ਤੇ ਦੇਵਤੇ ਪਏ, ਧਿਆਇਆ ਨਾਮ ਹਰੇ। ਆਸਾ ਕੀ ਵਾਰ ਚ ਗੁਰੂ ਸਾਹਿਬ ਕਹਿੰਦੇ, ਜਿਨ ਮਾਨਸ ਤੇ ਦੇਵਤੇ ਕੀ ਹੈ, ਕਰਤ ਨਾ ਲਾਗੀ ਵਾਰ। ਇਹ ਸਤ ਸੰਗਤ ਦੀ ਵਡਿਆਈ ਹੈ। ਫਿਰ ਕਹਿੰਦੇ ਦੇਖੋ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ, ਪਾਰਸ ਨੂੰ ਪਰਸ ਸਤਸੰਗ ਚਾਰੀ ਛੂ ਕੇ, ਪਰਸ ਮੈਨੇ ਛੂਣਾ, ਪਾਰਸ ਜਿਹੜਾ ਪੱਥਰ ਹੈ, ਫਿਲਾਸਫਰ ਸਟੋਨ, ਪਾਰਸ ਪਰਸ ਲੋਹਾ ਕੰਚਨ ਸੋਈ। ਕਹਿੰਦੇ ਜਿਵੇਂ ਲੋਹਾ ਪਾਰਸ ਨੂੰ ਮਿਲ ਕੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਸਤ ਸੰਗਤ ਵਿੱਚ ਆ ਕੇ ਸ੍ਰੇਸ਼ਟ ਬਣ ਜਾਂਦਾ ਹੈ ਤੇ ਵਿਵੇਕੀ ਬਣ ਜਾਂਦਾ ਹੈ। ਵਿਵੇਕ ਬੁੱਧ, ਜਿਹੜੀ ਸਾਡੇ ਸਮਾਜ ਵਿੱਚ ਬੜੀ ਘਾਟ ਹੈਗੀ ਹੈ। ਪਰ ਇਹ ਵਿਵੇਕ ਬੁੱਧ ਸਿਰਫ
ਧਰਮ ਦੇ ਖੇਤਰ 'ਚ ਹੀ ਨਹੀਂ, ਮੈਂ ਤੇ ਦੇਖਦਾ ਸਾਡੀ ਡੇ ਟੂ ਡੇ ਲਾਈਫ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਵਿੱਚ, ਬਾਜ਼ਾਰ ਵਿੱਚ ਸ਼ਾਪਿੰਗ ਕਰਨ ਲੱਗੇ ਹਾਂ, ਖਰੀਦਦਾਰੀ ਕਰਨ ਲੱਗੇ ਹਾਂ, ਕਈ ਕਿਸਮ ਦੇ ਫੈਸਲੇ ਕਰਨ ਲੱਗੇ ਹਾਂ, ਇਹ ਵਿਵੇਕ ਬੁੱਧ ਬਹੁਤ ਜ਼ਰੂਰੀ ਹੈ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ, ਥਿੰਕਿੰਗ ਫਾਸਟ ਐਂਡ ਸਲੋ, ਤੇ ਮੈਨੂੰ ਲੱਗਦਾ ਉਹ ਵਿਵੇਕ ਬੁੱਧ ਦੀ ਗੱਲ ਹੀ ਹੈਗੀ। ਉਹ ਸਾਈਕੋਲੋਜੀ ਆਪਣੇ ਢੰਗ ਨਾਲ ਉਹਨਾਂ ਨੇ ਸਾਇੰਟੀਫਿਕ ਢੰਗ ਨਾਲ ਕੀਤੀ ਹੈ, ਤੇ ਮੈਂ ਸਮਝਦਾ ਕਿ ਆਮ ਤੌਰ ਤੇ ਜਿਹੜੇ ਮਨੁੱਖ ਨੇ ਉਹ ਬੜੇ ਇੰਪਲਸਿਵ ਹੁੰਦੇ ਨੇ। ਮੈਂ ਵੀ ਏਦਾਂ ਹੀ ਦਾ ਸੀਗਾ, ਹਾਲੇ ਵੀ ਅੰਸ਼ ਹੈਗੇ ਨੇ ਇੰਪਲਸ, ਜਿਹਦੇ ਬਾਰੇ ਅਖਾਣ ਵੀ ਬਣੇ ਨਾ, ਕਾਲੀ ਅੱਗੇ ਟੋਏ ਕੰਮ ਕਦੇ ਨਾ ਹੋਏ। ਸਾਡੇ ਬਹੁਤੇ ਫੈਸਲੇ ਆਮ ਮਨੁੱਖਾਂ ਦੇ ਕਾਲੀ ਵਿੱਚ ਲੈ ਗਏ ਹੁੰਦੇ ਨੇ, ਤੇ ਉਹ ਹਮੇਸ਼ਾ ਗਲਤ ਹੁੰਦੇ ਨੇ। ਤੇ ਥਿੰਕਿੰਗ ਫਾਸਟ ਐਂਡ ਸਲੋ, ਤੇ ਮੈਨੂੰ ਲੱਗਦਾ ਹੈ ਬਾਣੀ ਪੜ੍ਹਨ ਦੇ ਨਾਲ ਮਨੁੱਖ ਵਿੱਚ ਸਹਿਜ ਆ ਜਾਂਦਾ, ਠਹਿਰਾਵ ਆ ਜਾਂਦਾ ਹੈ, ਇੰਪਲਸ ਵਾਲੀ ਜਿਹੜੀ ਇਹ ਭਾਵਨਾ ਹੈ ਉਹ ਘਟ ਜਾਂਦੀ ਹੈ, ਤ੍ਰਿਸ਼ਨਾ ਵੀ ਖਤਮ ਹੋ ਜਾਂਦੀ ਹੈ, ਰੱਜ ਵੀ ਆ ਜਾਂਦਾ ਹੈ, ਤੇ ਫਿਰ ਕੁਦਰਤੀ ਤੌਰ ਤੇ ਫਿਰ ਫੈਸਲੇ ਬੜੇ ਵਧੀਆ ਹੁੰਦੇ ਨੇ। ਕਿਉਂਕਿ ਜਿਹੜੇ ਅਸੀਂ ਕਾਹਲੀ ਵਿੱਚ ਫੈਸਲੇ ਕਰਦੇ ਹਾਂ, ਕਿਸੇ ਇਮੋਸ਼ਨ ਵਿੱਚ, ਚਾਹੇ ਗੁੱਸਾ ਹੈ ਚਾਹੇ ਖੁਸ਼ੀ ਹੈ, ਦੋਨੋਂ ਇਮੋਸ਼ਨ ਵਿੱਚ ਫੈਸਲੇ ਗਲਤ ਹੁੰਦੇ ਨੇ, ਜਜਮੈਂਟ ਬਲਰ ਹੋ ਜਾਂਦੀ ਹੈ। ਤੇ ਵਿਵੇਕ ਬੁੱਧੀ ਸਤਸੰਗਤ ਵਿੱਚ ਆ ਕੇ ਆਉਂਦੀ ਹੈ। ਕਿੱਦਾਂ ਆਉਂਦੀ ਹੈ? ਕਿਉਂਕਿ ਅਕਾਲ ਪੁਰਖ ਵਾਹਿਗੁਰੂ ਆਪ ਵਿਵੇਕ ਸਰ ਹੈ। ਗੁਰੂ ਜਿਹੜਾ ਹੈ, ਗੁਰੂ ਨੂੰ ਵੀ ਵਿਵੇਕ ਸਰ ਕਿਹਾ, ਵਿਵੇਕ ਦਾ ਸਰੋਵਰ ਹੈ। ਤੇ ਜਦੋਂ ਅਸੀਂ ਵਿਵੇਕ ਦੇ ਸਰੋਵਰ ਵਿੱਚ ਚੁੱਭੀਆਂ ਲਾਵਾਂਗੇ, ਗੁਰੂ ਦੀ ਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਤੇ ਕੁਦਰਤੀ ਤੌਰ ਤੇ ਫਿਰ ਉਹ ਵਿਵੇਕ ਦਾ ਜਿਹੜਾ ਅੰਸ਼ ਹੈ ਸਾਡੇ ਵਿੱਚ ਵੀ ਆ ਜਾਏਗਾ। ਸੋ ਇਹ ਤੇ ਐਸੀ ਕਮਾਲ ਦੀ ਚੀਜ਼ ਹੈ, ਵਿਵੇਕ ਬੁੱਧ ਜਿਹੜੀ ਹੈ, ਇਹ ਤੇ ਬਹੁਤ ਕੀਮਤੀ ਚੀਜ਼ ਹੈ, ਬੜੀ, ਮਤਲਬ ਕਿ ਮੈਂ ਕਹਾਂਗਾ ਬੜੀ ਦੁਰਲਭ ਹੈਗੀ ਹੈ। ਸੋ ਇਹ ਇੱਕ ਬੜਾ ਵੱਡੀ ਪ੍ਰਾਪਤੀ ਹੈ ਕਿ ਸਤ ਸੰਗਤ ਕਰਕੇ ਮਨੁੱਖ ਸਿਆਣਾ ਬਣ ਜਾਂਦਾ ਹੈ, ਸੂਝਵਾਨ ਬਣ ਜਾਂਦਾ ਹੈ, ਤੇ ਉਹਦੀ ਕਹੀ ਗੱਲ ਦਾ ਫਿਰ ਵਜਨ ਵੀ ਹੁੰਦਾ, ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਹੈ ਅਸੀਂ ਦੇਖਦੇ ਹਾਂ ਜਦੋਂ ਖਾਸ ਤੌਰ ਤੇ ਅਸੀਂ ਬਾਣੀ ਪੜ੍ਹਨ ਵਾਲਿਆਂ ਨੂੰ, ਸਾਦਗੀ ਵਾਲੇ ਬੰਦਿਆਂ ਨੂੰ ਮਿਲਦੇ ਹਾਂ, ਦਾਸ ਦੀ ਕਿਸਮਤ ਚੰਗੀ ਹੈ, ਇਹੋ ਜਿਹੇ ਸੱਜਣ ਮਿੱਤਰ ਮਿਲਦੇ ਨੇ। ਉਹ ਭਾਵੇਂ ਥੋੜਾ ਬੋਲਦੇ ਨੇ, ਗੱਲ ਕਰਦੇ ਨੇ, ਪਰ ਗੱਲ 'ਚ ਐਸਾ ਵਜ਼ਨ ਹੁੰਦਾ ਹੈ, ਔਰ ਗੱਲ ਉਹ ਸਾਡੇ ਦਿਮਾਗ ਤੇ ਵੱਜਦੀ ਹੈ, ਸਾਨੂੰ ਅਸਰ ਵੀ ਕਰਦੀ ਹੈ, ਤੇ ਅਸੀਂ ਉਹਦਾ ਅਸਰ ਵੀ ਕਬੂਲਦੇ ਹਾਂ। ਸੋ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਬਾਣੀ ਪੜ੍ਹੀ ਹੁੰਦੀ ਹੈ, ਵਿਚਾਰੀ ਹੁੰਦੀ ਹੈ, ਜੀਵਨ ਵਿੱਚ ਕਮਾਈ ਹੁੰਦੀ ਹੈ, ਤੇ ਜਿਹੜੀ ਗੱਲ ਕਰਦੇ ਨੇ ਉਹਦੇ ਵਿੱਚ ਵੀ ਉਹਦਾ ਹੀ ਗੁਰਬਾਣੀ ਦਾ, ਗੁਰੂ ਦੀ ਬੁੱਧੀ ਦਾ ਅੰਸ਼ ਆਟੋਮੈਟਿਕਲੀ ਆ ਜਾਂਦਾ ਹੈ। ਫਿਰ ਦੇਖੋ ਸਤ ਸੰਗਤ ਦੀ ਬਰਕਤਾਂ ਹੋਰ ਕੀ ਨੇ? ਵਿਸਰ ਗਈ ਸਭ ਤਾਤ ਪਰਾਈ। ਤਾਤ ਦਾ ਮਤਲਬ ਤੱਤਾਪਨ, ਸਾੜਾ, ਈਰਖਾ, ਬੜਾ ਕੁਦਰਤੀ ਨੈਚੁਰਲ ਜਜ਼ਬਾ ਹੈ ਸਾਰਿਆਂ ਵਿੱਚ। ਦੂਜੇ ਦੀ ਤਰੱਕੀ ਦੇਖ ਕੇ ਸੜਨਾ, ਦੂਜੇ ਦਾ ਰੰਗ ਰੂਪ ਦੇਖ ਕੇ ਸੜਨਾ, ਦੂਜੇ ਕੋਲ ਤਾਕਤ ਜ਼ਿਆਦਾ ਦੇਖ ਕੇ ਸੜਨਾ, ਪਦਾਰਥ ਜ਼ਿਆਦਾ ਦੇਖ ਕੇ ਸੜਨਾ, ਦੂਜੇ ਦੀ ਕੋਈ ਵਾਹ ਕਰ ਰਿਹਾ, ਤਾਰੀਫ ਕਰ ਰਿਹਾ, ਸਿਫਤਾਂ ਕਰ ਰਿਹਾ, ਉਹ ਦੇਖ ਕੇ ਸੜਨਾ, ਜਾਂ ਦੂਜੇ ਕੋਲ ਜੋ ਵੀ ਕੁਝ ਜ਼ਿਆਦਾ ਹੈ, ਬੜਾ ਕੁਦਰਤੀ ਜਜ਼ਬਾ ਹੈ ਮਨੁੱਖ। ਔਰ ਇਹਦੇ ਨਾਲ ਹੁੰਦਾ ਕੀ ਹੈ? ਜਿਹਦੇ ਨਾਲ ਸਾੜਾ ਕੀਤਾ ਜਾਂਦਾ ਉਹਦਾ ਤੇ ਕੱਖ ਵੀ ਨਹੀਂ ਵਿਗੜਦਾ, ਪਰ ਆਪਣਾ ਆਪ ਅਸੀਂ ਸਾੜਦੇ ਹਾਂ। ਦੂਜੇ ਨਾਲ ਜਦ ਈਰਖਾ ਕਰਦੇ ਹਾਂ, ਅਸੀਂ ਆਪਣਾ ਖੂਨ ਸੜਦੇ ਹਾਂ, ਆਪਣੇ ਅੰਦਰ ਟੌਕਸਿਨਸ ਪੈਦਾ ਕਰਦੇ ਹਾਂ, ਆਪਣੀ ਸਿਹਤ ਖਰਾਬ ਕਰਦੇ ਹਾਂ, ਆਪਣਾ ਜੀਵਨ ਵਿਅਰਥ ਗਵਾਉਂਦੇ ਹਾਂ। ਸੋ ਇੱਕ ਬੜਾ ਵੱਡਾ ਜਿਹੜਾ ਨਿਜਾਤ ਇਸ ਅੱਗ ਤੋਂ, ਜਿਹੜੀ ਸਾੜੇ ਤੋਂ ਸਾਨੂੰ ਪ੍ਰਾਪਤ ਹੁੰਦੀ ਹੈ, ਉਹ ਹੈਗੀ ਹੈ ਵਿਸਰ ਗਈ ਸਭ ਤਾਤ ਪਰਾਈ, ਜਬਤੇ ਸਾਧ ਸੰਗਤ ਮੋਹੇ ਪਾਈ। ਕਹਿੰਦੇ ਗੁਰੂ ਸਾਹਿਬ ਕਹਿੰਦੇ ਜਦੋਂ ਦੀ ਮੈਂ ਗੁਰੂ ਦੀ ਸੰਗਤ ਮੈਨੂੰ ਪ੍ਰਾਪਤ ਹੋਈ ਹੈ, ਮੈਨੂੰ ਸਾਰੀ ਪਰਾਈ ਤਾਤ, ਆਂਢ ਗੁਆਂਢ ਦੀ, ਸ਼ਰੀਕਿਆਂ ਦੀ, ਹੋਰ ਕਿਸੇ ਦੀ, ਸਾਰੇ ਮੇਰੇ ਮਨ ਚੋਂ ਸਾੜਾ ਖਤਮ ਹੋ ਗਿਆ। ਕਿਉਂਕਿ ਹੁਣ ਸਾਰਾ ਜਿਹੜਾ ਜਗਤ ਹੈ ਉਹ ਇੱਕ ਪਰਿਵਾਰ ਜਾਪਦਾ, ਤੇ ਹੁਣ ਗੱਲ ਸਮਝ ਆ ਗਈ ਹੈ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਟਾਣਾ, ਇਹ ਤੇ ਉਹਦੀ ਖੇਡ ਹੈਗੀ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਇਹ ਉਸ ਅਕਾਲ ਪੁਰਖ ਦੀ ਅਗੰਮੀ ਖੇਡ ਹੈਗੀ ਹੈ, ਇਹ ਗੱਲ ਸਮਝ ਆ ਜਾਂਦੀ ਹੈ। ਸੋ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ। ਇਸ ਕਰਕੇ ਸੰਗਤ ਵਿੱਚ ਰਹਿਣਾ, ਇਹ ਅੱਜ ਦਾ ਜੋ ਜ਼ਮਾਨਾ ਹੈ, ਪਦਾਰਥਵਾਦੀ ਯੁੱਗ ਹੈ, ਇਹ ਤੇ ਬਲਕਿ ਇਸ ਤਾਤ ਨੂੰ ਹੋਰ ਹਵਾ ਦਿੰਦਾ ਹੈ। ਚਾਹੇ ਉਹ ਤੁਹਾਡੀ ਮਾਰਕੀਟਿੰਗ ਹੈ, ਐਡਵਰਟਾਈਜ਼ਿੰਗ ਹੈ, ਮੀਡੀਆ ਹੈ, ਜਾਂ ਜਿਹੜੇ ਤੁਹਾਡੇ ਵਰਕਿੰਗ ਪ੍ਰੋਫੈਸ਼ਨਲ ਦੇ ਮਾਹੌਲ ਹੈਗੇ ਨੇ, ਇਹਨਾਂ ਵਿੱਚ ਤੇ ਇਹ ਗੱਲ ਹੋਰ ਵੀ ਜ਼ਿਆਦਾ ਉੱਭਰ ਕੇ ਆ ਗਈ ਹੈ। ਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਬਚਪਨ 'ਚ ਹੀ, ਛੋਟੇ ਹੁੰਦੇ ਹੀ ਗੁਰਬਾਣੀ ਨਾਲ ਜੋੜ ਦਈਏ, ਤਾਂ ਕਿ ਇਸ ਦੇ ਮਾਰੂ ਪ੍ਰਭਾਵ ਤੋਂ, ਈਰਖਾ ਵਰਗੇ ਪ੍ਰਭਾਵ ਤੋਂ ਉਹ ਸਾਰੀ ਉਮਰ ਬਚੇ ਰਹਿਣ ਤੇ ਆਪਣੀ ਜ਼ਿੰਦਗੀ ਨੂੰ ਬੜਾ ਵਧੀਆ ਹੈਲਦੀ ਬਣਾ ਸਕਣ। ਸੋ ਜਿਹੜੀ ਤਾਤ ਹੈਗੀ ਹੈ, ਈਰਖਾ ਹੈਗੀ ਹੈ, ਬੜਾ ਵੱਡਾ ਰੋਗ ਹੈਗਾ। ਜਿਵੇਂ ਕਿ ਦੱਸਿਆ, ਜਿੰਨਾ ਈਰਖਾ ਕੀਤੀ ਜਾਂਦੀ ਹੈ ਉਹਦਾ ਤੇ ਕੱਖ ਨਹੀਂ ਵਿਗੜਦਾ, ਪਰ ਜਿਹੜਾ ਮਨੁੱਖ ਈਰਖਾ ਕਰਦਾ ਹੈ ਉਹ ਆਪਣਾ ਨੁਕਸਾਨ ਹਰ ਪਾਸਿਓਂ ਦੀ ਕਰਦਾ ਹੈ। ਤੇ ਅਗਲਾ ਦੇਖੋ, ਕਹਿੰਦੇ ਬਗਲਾ ਕਾਗ ਨੀਚ ਕੀ ਸੰਗਤ। ਕਹਿੰਦੇ ਜਿਹੜਾ ਬੱਗਾ ਹੈ, ਬਗਲਾ ਹੈ, ਤੇ ਕਾਗ ਮੈਨੇ ਕਾਂ ਹੈ,
ਇਹਨਾਂ ਨੂੰ ਤੇ ਨੀਚ ਕੀ ਸੰਗਤ, ਜਿਹੜੀ ਘਟੀਆ ਸੰਗਤ ਹੈ, ਇਹਨਾਂ ਨੂੰ ਉਹੀ ਪਸੰਦ ਆਉਂਦੀ। ਕਿੱਦਾਂ? ਜਾਏ ਕਰੰਗ, ਕਰੰਗ ਹੁੰਦਾ ਹੈ ਮੁਰਦਾਰ, ਮੋਇਆ ਹੋਇਆ ਕੋਈ ਜਾਨਵਰ, ਲੋਥ ਮਤਲਬ ਕਿ ਮਰਿਆ ਹੋਇਆ ਮਾਸ ਜਿਹੜਾ ਹੈਗਾ। ਕਰੰਗ ਡਿਖੂ, ਡਿਖੂ ਮੈਨੇ ਵਿਸ਼ਟਾ, ਗੰਧ, ਮੁਖ ਲਾਈ ਹੈ। ਬਗਲਾ ਹੋਵੇ, ਕਾਂ ਹੋਵੇ, ਉਹ ਜਾ ਕੇ ਕਿੱਥੇ ਠੁੰਗਾ ਮਾਰਦੇ ਨੇ, ਜਾਂ ਤੇ ਜਿਹੜਾ ਕੋਈ ਮਰਿਆ ਜੀਵ, ਪੰਛੀ ਜਾਂ ਜਾਨਵਰ ਹੈਗਾ ਉੱਥੇ ਠੁੰਗਾ ਮਾਰਦੇ ਨੇ, ਤੇ ਜਾਂ ਗੰਦ ਵਿੱਚ ਠੁੰਗਾ ਮਾਰਦੇ ਨੇ, ਉੱਥੇ ਉਹਨਾਂ ਨੂੰ ਉਹੀ ਚੰਗਾ ਲੱਗਦਾ। ਕਹਿੰਦੇ ਨਾਨਕ ਮੇਲ ਮੇਲ ਪ੍ਰਭ ਸੰਗਤ, ਇਹ ਨਾਨਕ ਵਾਹਿਗੁਰੂ ਅੱਗੇ ਅਰਦਾਸ ਕਰੋ, ਇਹ ਸੱਚੇ ਪਾਤਸ਼ਾਹ ਆਪਣੀ ਸੰਗਤ ਬਖਸ਼ੋ, ਆਪਣੀ ਸੰਗਤ ਬਖਸ਼ੋ, ਕਿਰਪਾ ਕਰੋ। ਕਿਉਂ? ਕਿਉਂਕਿ ਮਿਲ ਸੰਗਤ ਹੰਸ ਕਰਾਈ ਹੈ। ਮੇਰੇ ਵਰਗਾ ਕਾਂ, ਮੇਰੇ ਵਰਗਾ ਬਗਲਾ ਪਖੰਡੀ ਜਿਹੜਾ ਵਿਕਾਰਾਂ ਵਾਲੇ ਪਾਸੇ ਅਗਲੇ ਜਾਂਦਾ ਰਹਿੰਦਾ, ਮੈਨੂੰ ਸੰਗਤ ਬਖਸ਼ੋ ਤਾਂ ਕਿ ਮੈਂ ਸੰਗਤ ਵਿੱਚ ਜਾ ਕੇ ਮੈਂ ਵੀ ਹੰਸ ਬਣ ਜਾਵਾਂ, ਬਗਲੇ ਤੋਂ ਹੰਸ ਬਣ ਜਾਵਾਂ, ਕਾਂ ਤੋਂ ਹੰਸ ਬਣ ਜਾਵਾਂ, ਤਾਂ ਕਿ ਮੈਂ ਵੀ ਹੀਰੇ ਮੋਤੀ ਚੁਗਣੇ ਸ਼ੁਰੂ ਕਰਾਂ। ਅਰਥਾਤ ਮੇਰੀ ਰੁਚੀ ਵੀ ਨਿੰਦਾ, ਚੁਗਲੀ, ਈਰਖਾ, ਦਵੈਕ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਹਟ ਕੇ ਦਇਆ, ਧਰਮ, ਧੀਰਜ, ਸਤ ਸੰਤੋਖ ਵਾਲੇ ਪਾਸੇ ਆਵੇ। ਸੋ ਸਤਸੰਗਤ ਦੀ ਬਰਕਤ ਹੈ ਕਿ ਮਨੁੱਖ ਬਗਲਾ ਬਿਰਤੀ ਵਾਲਾ ਮਨੁੱਖ, ਕਾਂ ਬਿਰਤੀ ਵਾਲਾ ਮਨੁੱਖ ਜਿਹੜਾ ਹੈ ਉਹ ਹੰਸ ਬਣ ਜਾਂਦਾ। ਸਤਸੰਗਤ ਦੀ ਬਰਕਤਾਂ ਕੰਟੀਨਿਊਸ ਬੇਅੰਤ ਬਰਕਤਾਂ ਨੇ ਜੀ। ਕੁਝ ਹਵਾਲੇ ਲੈਣੇ। ਕਹਿੰਦੇ ਹਮ ਪਾਥਰ ਲੋ ਵੱਡ ਪਾਥਰ, ਅਸੀਂ ਪੱਥਰ ਹੈਗੇ ਆ, ਬੜੇ ਵੱਡੇ ਲੋਹੇ, ਬੜੇ ਵੱਡੇ ਪੱਥਰਾਂ, ਲੋਹੇ ਵਰਗੇ ਭਾਰੇ ਆ। ਤੇ ਭਾਰੇ ਕਿੱਦਾਂ ਹੋ ਗਏ ਆ? ਵਿਕਾਰ ਕਰ ਕਰਕੇ, ਹਨਾ। ਉਹ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਦਾ ਹੈ ਨਾ, ਕਹਿੰਦੇ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਤੇ ਮੈਂ ਅੰਧੇ ਨੇ, ਮੂਰਖ ਨੇ ਆਪਣੇ ਸਿਰ ਤੇ ਬੜਾ ਭਾਰ ਚੁੱਕਿਆ ਹੋਇਆ, ਤੇ ਡੂਗਰ ਵਾਟ ਬਹੁਤ, ਅੱਗੇ ਪਹਾੜੀ ਰਸਤਾ ਬੜਾ ਹੈਗਾ। ਤੇ ਅੱਖੀ ਲੋੜੀ ਨਾ ਲਹਾਂ ਹੋ ਚੜ ਲੰਗਾ, ਕਿ ਅੱਖਾਂ ਹੁੰਦਿਆਂ ਸੁਣਦਿਆਂ ਵੀ ਨਹੀਂ ਦੀਦਾ, ਤੇ ਮੈਂ ਅੰਨੇ ਦਾ ਮੇਰਾ ਕੀ ਬਣੇਗਾ। ਤੇ ਅੱਗੇ ਰਸਤਾ ਵੀ ਹੈ, ਕਹਿੰਦੇ ਚਾਕਰੀਆਂ ਚੰਗਿਆਈਆਂ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ। ਸੋ ਕਹਿੰਦੇ ਹਮ ਪਾਥਰ ਲੋ ਵੱਡ ਪਾਥਰ, ਅਸੀਂ ਪੱਥਰ ਵਰਗੇ ਭਾਰੇ ਹੋ ਗਏ ਆ, ਲੋਹੇ ਵਰਗੇ ਭਾਰੇ ਹੋ ਗਏ, ਪਾਪ ਕਰ ਕਰਕੇ, ਵਿਕਾਰਾਂ ਦੇ ਨਾਲ। ਪਰ ਇੱਕ ਆਸ ਹੈਗੀ ਹੈ, ਗੁਰ ਸੰਗਤ ਨਾਵ ਤਰਾਵੇ ਗੋ, ਗੁਰੂ ਦੀ ਸੰਗਤ ਜਿਹੜੀ ਹੈ ਉਹ ਕਿਸ਼ਤੀ ਹੈ, ਉਹ ਜਹਾਜ਼ ਹੈ, ਉਹ ਸਾਨੂੰ ਤਾਰ ਲਏਗੀ ਇਸ ਭਵ ਸਾਗਰ ਤੋਂ। ਜਿਵੇਂ ਕਿਸ਼ਤੀ ਦੇ ਵਿੱਚ ਪੱਥਰ ਲੱਦ ਕੇ ਨਦੀ ਤੋਂ ਪਾਰ ਕਰਾਏ ਜਾ ਸਕਦੇ ਨੇ, ਲੋਹਾ ਬੇੜੀ ਦੇ ਵਿੱਚ ਰੱਖ ਕੇ ਪਾਰ ਕਰਾਇਆ ਜਾ ਸਕਦਾ ਹੈ, ਇਸੇ ਤਰ੍ਹਾਂ ਗੁਰੂ ਦੀ ਸੰਗਤ ਰੂਪੀ ਜਿਹੜੀ ਕਿਸ਼ਤੀ ਹੈ ਉਹ 'ਚ ਬੈਠ ਕੇ ਪਾਪੀ ਵੀ, ਵਿਕਾਰੀ ਵੀ ਤਰ ਸਕਦੇ ਨੇ। ਐਵੇਂ ਸਤ ਸੰਗਤ ਦੀ ਬਰਕਤ। ਕਹਿੰਦੇ ਜਿਉਂ ਸਤ ਸੰਗਤ ਤਰਿਓ ਜੁਲਾਹੋ, ਜਿਵੇਂ ਨੀਵੀਂ ਜਾਤ ਦਾ ਜੁਲਾਹਾ ਭਗਤ ਕਬੀਰ ਜੀ ਸਤ ਸੰਗਤ ਦੀ ਬਰਕਤ ਨਾਲ ਤਰ ਗਏ। ਸੰਤ ਜਨਾ ਮਨ ਭਾਵੈ, ਸੰਤ ਜਨਾ ਮਨ ਭਾਵੈ। ਇਸੇ ਤਰ੍ਹਾਂ ਜਿਹੜੇ ਸੰਤ ਜਨ ਨੇ, ਸਤ ਸੰਗਤ ਹੈਗੀ ਏ, ਉਹ ਮਨ ਨੂੰ ਫਿਰ ਚੰਗੀ ਲੱਗਦੀ ਹੈ। ਜਿੱਦਾਂ ਉਹਨਾਂ ਦੇ ਮਨ ਨੂੰ ਚੰਗੀ ਲੱਗੀ, ਸਤ ਸੰਗਤ ਨਾਲ ਉਹਨਾਂ ਦਾ ਪਿਆਰ ਪਿਆ, ਤੇ ਭਗਤ ਜੁਲਾਹਾ ਜਿਹੜੇ ਭਗਤ ਕਬੀਰ ਜੀ ਜਿਹੜੇ ਸੀ ਜੁਲਾਹੇ ਸੀਗੇ, ਉਹ ਵੀ ਤਰ ਗਏ। ਇਸ ਤਰ੍ਹਾਂ ਮਨੁੱਖ ਸਤ ਸੰਗਤ ਵਿੱਚ ਪਿਆਰ ਪਾ ਕੇ, ਭਾਵਨਾ ਜਗਾ ਕੇ, ਸਤ ਸੰਗਤ ਨਾਲ ਜੁੜ ਕੇ ਨੀਵੇਂ ਤੋਂ ਨੀਵੇਂ ਦਰਜੇ ਦਾ ਬੰਦਾ ਵੀ ਉੱਚੀ ਪਦਵੀ ਪ੍ਰਾਪਤ ਕਰ ਸਕਦਾ ਹੈ ਅਤੇ ਭਵਸਾਗਰ ਤੋਂ ਪਾਰ ਹੋ ਸਕਦਾ, ਜੀਵਨ ਨੂੰ ਸਫਲ ਕਰ ਸਕਦਾ। ਹੋਰ ਕੀ ਹੁੰਦਾ? ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਸਤ ਸੰਗਤ ਵਿੱਚ ਐਸਾ ਦ੍ਰਿੜ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਐਸਾ ਭਰੋਸਾ ਪੈਦਾ ਹੋ ਜਾਂਦਾ ਹੈ ਕਿ ਫਿਰ ਬਾਹਰ ਭੀਤਰ ਸਦਾ ਪ੍ਰਕਾਸ਼, ਅੰਦਰ ਵੀ ਤੇ ਬਾਹਰ ਵੀ ਹਰ ਥਾਂ ਤੇ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਉਹਦਾ ਪ੍ਰਕਾਸ਼ ਨਜ਼ਰ ਆਉਂਦਾ ਹੈ। ਇਹ ਬਰਕਤ ਹੈਗੀ ਇਹ ਸਤਸੰਗਤ ਦੀ। ਜਦ ਸਤਸੰਗਤ ਦੀ ਜਾ ਕੇ ਅਕਾਲ ਪੁਰਖ ਦੇ ਗੁਣ ਗਾਏ ਜਾਂਦੇ ਨੇ, ਸੁਣੇ ਜਾਂਦੇ ਨੇ, ਵਿਚਾਰੇ ਜਾਂਦੇ ਨੇ, ਸੁਰਤ ਜੁੜਦੀ ਹੈ ਸ਼ਬਦ ਦੇ ਨਾਲ, ਤੇ ਫਿਰ ਬਾਹਰ ਭੀਤਰ ਸਦਾ ਪ੍ਰਕਾਸ਼, ਹਰ ਵੇਲੇ ਹਰ ਥਾਂ ਤੇ ਅੰਦਰ ਬਾਹਰ ਉਸ ਅਕਾਲ ਪੁਰਖ ਵਿਆਪਕ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਇੱਕ ਸ਼ਬਦ ਦਾ ਜ਼ਿਕਰ ਕਰ ਲੈਂਦੇ ਆ, ਛੋਟੇ ਜਿਹੇ, ਬੜਾ ਸੌਖਾ ਸ਼ਬਦ ਹੈ। ਬਾਣੀ ਭੈਰੋਂ ਰਾਗ ਵਿੱਚ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ, ਬੜਾ ਸੌਖਾ ਸ਼ਬਦ ਹੈ। ਗੰਗਾ ਕੈਸਨ ਸਲਿਤਾ ਬਿਗੜੀ, ਸਲਿਤਾ ਦਾ ਮਤਲਬ ਸਰਿਤਾ, ਮਤਲਬ ਲੱਲੇ ਰਾਰੇ ਦੀ ਜਗ੍ਹਾ ਲੱਲਾ ਵਰਤਿਆ ਹੈ। ਅਸੀਂ ਪਹਿਲੇ ਵੀ ਜ਼ਿਕਰ ਕੀਤਾ ਹੈ ਬੜੀ ਵਾਰ ਕਿ ਕਾਵ ਸ਼ੈਲੀ ਵਿੱਚ ਰਾਰਾ ਤੇ ਲੱਲਾ ਬਦਲਵੇਂ ਰੂਪ ਚ ਬੜੀ ਜਗ੍ਹਾ ਬਦਲੇ ਜਾਂਦੇ ਨੇ। ਸੋ ਗੰਗਾ ਕੈ ਸੰਗ ਸਲਿਤਾ ਬਿਗੜੀ,
ਸਲਿਤਾ ਮੈਨੇ ਇੱਕ ਨਦੀ ਆਈ ਗੰਗਾ ਵਿੱਚ ਪਈ ਤੇ ਉਹਦਾ ਰੂਪ ਵਟਾਇਆ ਗਿਆ, ਵਿਗੜੀ ਮੈਨੇ ਵਿਗੜ ਗਈ, ਉਹਦਾ ਰੂਪ ਵਿਗੜ ਗਿਆ, ਇਹਨੂੰ ਪੋਜ਼ਿਟਿਵ ਸੈਂਸ ਵਿੱਚ ਲਿਆ। ਤੇ ਸੋ ਸਲਿਤਾ ਗੰਗਾ ਹੋਈ ਨਿਬੜੀ, ਕਹਿੰਦੀ ਉਹ ਜਿਹੜੀ ਨਦੀ ਸੀਗੀ ਜਿਹੜੀ ਗੰਗਾ ਵਿੱਚ ਪਈ ਤੇ ਉਹ ਗੰਗਾ ਹੋ ਕੇ ਨਿਬੜ ਗਈ, ਅਰਥਾਤ ਉਹਦਾ ਆਪਣਾ ਹੋਂਦ ਜਿਹੜੀ ਸੀ ਉਹ ਮੁੱਕ ਗਈ, ਹੁਣ ਨਦੀ ਨਹੀਂ ਰਹੀ, ਉਹ ਗੰਗਾ ਦਾ ਰੂਪ ਹੋ ਗਈ। ਕਹਿੰਦੇ ਵਿਗੜਿਓ ਕਬੀਰਾ ਰਾਮ ਦੁਹਾਈ, ਇसी ਤਰ੍ਹਾਂ ਰਾਮ ਦੀ ਦੁਹਾਈ ਪਾ ਪਾ ਕੇ, ਰਾਮ ਦਾ ਨਾਮ ਜਪ ਜਪ ਕੇ, ਰਾਮ ਦੀਆਂ ਸਿਫਤਾਂ ਕਰ ਕਰਕੇ, ਰਾਮ ਦੇ ਗੁਣ ਗਾ ਗਾ ਕੇ ਕਬੀਰ ਵੀ ਵਿਗੜ ਗਿਆ। ਵਿਗੜਿਓ ਕਬੀਰਾ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਲੋਕੀ ਮੈਨੂੰ ਕਹਿੰਦੇ ਕਬੀਰ ਵਿਗੜ ਗਿਆ, ਪੁੱਠੇ ਰਾਹੇ ਪਿਆ ਹੋਇਆ, ਇਹਦੇ ਬਸ ਹਰ ਵੇਲੇ ਭਗਤੀ ਕਰਦਾ ਰਹਿੰਦਾ। ਕਹਿੰਦੇ ਸਾਚ ਬਿਹੋ, ਤੇ ਜਿਵੇਂ ਨਦੀ ਜਿਹੜੀ ਸੀਗੀ ਗੰਗਾ 'ਚ ਪੈ ਕੇ ਗੰਗਾ ਦਾ ਰੂਪ ਹੋ ਗਈ, ਕਹਿੰਦੇ ਕਬੀਰ ਵੀ ਸਾਚ ਬਿਹੋ, ਸਾਚ ਮੈਨੇ ਸਦਾ ਥਿਰ ਪਰਮਾਤਮਾ, ਕਹਿੰਦੇ ਕਬੀਰ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੋ ਗਿਆ ਹੈ। ਅਨ ਕਤੇ ਨਾ ਜਾਈ, ਹੁਣ ਉਹਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ, ਸਾਰੀ ਭਟਕਣਾ ਮੁੱਕ ਗਈ ਹੈ। ਹੁਣ ਹੋਰ ਉਦਾਹਰਨ ਦਿੰਦੇ ਨੇ, ਕਹਿੰਦੇ ਚੰਦਨ ਕੈ ਸੰਗ ਤਰਵਰ ਬਿਗੜਿਓ, ਤਰਵਰ ਦਾ ਮਤਲਬ ਹੁੰਦਾ ਹੈ ਰੁੱਖ। ਕਹਿੰਦੇ ਚੰਦਨ ਦੇ ਨਾਲ ਜਿਹੜੇ ਸਧਾਰਨ ਰੁੱਖ ਹੈਗਾ ਉਹ ਵਿਗੜ ਜਾਂਦਾ, ਅਰਥਾਤ ਉਹਦਾ ਓਰੀਜਨਲ ਰੂਪ ਨਹੀਂ ਰਹਿ ਜਾਂਦਾ। ਸੋ ਤਰਵਰ ਚੰਦਨ ਹੋਏ ਨਿਬਰਿਓ, ਉਹ ਜਿਹੜਾ ਚੰਦਨ ਹੈ, ਉਹ ਜਿਹੜਾ ਤਰਵਰ ਹੈ, ਉਹ ਆਪਣਾ ਰੂਪ ਗਵਾ ਕੇ ਉਹ ਚੰਦਨ ਦਾ ਰੂਪ ਹੋ ਜਾਂਦਾ ਹੈ, ਚੰਦਨ ਦਾ ਰੂਪ ਹੋ ਕੇ ਨਿਬੜ ਜਾਂਦਾ ਹੈ। ਪਾਰਸ ਕੈ ਸੰਗ ਤਾਂਬਾ ਵਿਗੜਿਓ, ਇਸੇ ਤਰ੍ਹਾਂ ਪਾਰਸ ਦੇ ਨਾਲ ਜੁੜ ਕੇ ਸੰਗਤ ਕਰਕੇ ਜਿਹੜਾ ਤਾਂਬਾ ਸਧਾਰਨ ਧਾਤੂ ਜਿਹੜੀ ਹੈ ਉਹ ਵਿਗੜ ਜਾਂਦੀ ਹੈ, ਉਹਦਾ ਰੂਪ ਵਟਾਇਆ ਜਾਂਦਾ। ਸੋ ਤਾਂਬਾ ਕੰਚਨ ਹੋਏ ਨਿਪੜਿਓ, ਉਹ ਜਿਹੜਾ ਤਾਂਬਾ ਹੈ ਉਹ ਸੋਨਾ ਬਣ ਜਾਂਦਾ। ਕਹਿੰਦੇ ਸੰਤਨ ਸੰਗ ਕਬੀਰਾ ਵਿਗੜਿਓ, ਸੰਤਨ ਬਹੁਵਚਨ ਹੈ, ਸੰਤਾਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਸੰਤਾਂ ਦੀ ਸੰਗਤ ਕਰਕੇ ਕਬੀਰ ਵੀ ਵਿਗੜ ਗਿਆ, ਅਰਥਾਤ ਕਬੀਰ ਹੁਣ ਓਰੀਜਨਲ ਕਬੀਰ ਉਹ ਵਾਲਾ ਕਬੀਰ ਨਹੀਂ ਰਹਿ ਗਿਆ। ਸੋ ਕਬੀਰ ਰਾਮੈ ਹੋਏ ਨਿਬੜਿਓ, ਉਹ ਕਬੀਰ ਜਿਹੜਾ ਹੈ ਉਹਨ ਰਾਮ ਦਾ ਰੂਪ ਬਣ ਗਿਆ। ਰਾਮ ਕਬੀਰਾ ਏਕ ਵਹਿ ਹੈ, ਕੋਈ ਨਾ ਸਕੈ ਪਛਾਣੀ। ਸੋ ਇਹ ਸੰਗਤ ਦੀ ਜਿਹੜੀ ਵਡਿਆਈ ਹੈ, ਤੁਸੀਂ ਦੇਖੋ ਵੀ ਸਿੱਖ ਪੰਥ ਵਿੱਚ ਸੰਗਤ, ਪੰਗਤ ਤੇ ਸਰੋਵਰ, ਤਿੰਨ ਸੰਸਥਾਵਾਂ ਬੜੀਆਂ ਮੁੱਖ ਨੇ, ਤੇ ਅੱਜ ਵੀ ਅਸੀਂ ਦੇਖਦੇ ਹਾਂ ਕਿ ਸੰਗਤ ਦੀ ਬਰਕਤਾਂ ਸਾਨੂੰ ਸਿੱਧੇ ਰੂਪ 'ਚ ਨਜ਼ਰ ਆਉਂਦੀਆਂ ਨੇ। ਤੁਸੀਂ ਦੇਖੋ, ਮੈਂ ਕਈ ਵਾਰ ਦੇਖਦਾ ਵੀ ਜਿਹੜੇ ਸਿੱਖਾਂ ਦੀ ਗਿਣਤੀ ਕਿੰਨੀ ਹੈਗੀ ਹੈ, ਆਟੇ 'ਚ ਲੂਣ ਬਰਾਬਰ ਵੀ ਨਹੀਂ ਹੈਗੀ ਪੂਰੇ ਭਾਰਤ ਵਿੱਚ, ਪੂਰੀ ਦੁਨੀਆ ਵਿੱਚ ਤੇ ਹੋਰ ਵੀ ਘੱਟ ਹੈਗੀ ਹੈ। ਤੇ ਕਰੋਨਾ ਦੇ ਕਾਲ ਵਿੱਚ ਝੰਡਾ ਬੁਲੰਦ ਸਰਬਤ ਦੇ ਭਲੇ ਦਾ ਤੇ ਸੇਵਾ ਦਾ ਕਿਹਨੇ ਕੀਤਾ? ਇਹ ਪੱਗਾਂ ਵਾਲਿਆਂ ਨੇ ਕੀਤਾ। ਅਸੀਂ ਕੋਈ ਸਪੈਸ਼ਲ ਬੰਦੇ ਤੇ ਨਹੀਂ ਹੈਗੇ, ਜਿੱਦਾਂ ਰੱਬ ਨੇ ਦੂਜੇ ਬੰਦੇ ਬਣਾਏ ਨੇ ਉੱਦਾਂ ਹੀ ਸਿੱਖ ਹੈਗੇ ਨੇ। ਪਰ ਸਿੱਖਾਂ ਕੋਲ ਇੱਕ ਚੀਜ਼ ਹੈਗੀ ਹੈ, ਗੁਰਬਾਣੀ, ਸੰਗਤ। ਸੰਗਤ ਵਿੱਚ ਉਹ ਪ੍ਰਸ਼ਾਦੇ ਬਣਾਉਂਦੇ ਵੀ ਨੇ, ਦੇਗਾਂ ਚੱਕਦੇ ਵੀ ਨੇ, ਬਾਲਟੀਆਂ ਚੱਕਦੇ ਨੇ, ਉਹਨਾਂ ਦੀ ਟ੍ਰੇਨਿੰਗ ਪਹਿਲਾਂ ਹੀ ਹੋਈ ਰਹਿੰਦੀ ਹੈ। ਬਾਕੀ ਲੋਕ ਤੇ ਵੋਲੰਟੀਅਰ ਲੱਭਦੇ ਰਹਿ ਗਏ, ਕੁਝ ਲੋਕ ਕਰਨ ਚਾਹੁੰਦੇ ਸੀ ਅਸੀਂ ਸੇਵਾ ਕਰੀਏ, ਪਰ ਉਹਨੂੰ ਵੋਲੰਟੀਅਰ ਨਹੀਂ ਮਿਲੇ। ਸੋ ਸਿੱਖ ਦੀ ਟ੍ਰੇਨਿੰਗ ਆਟੋਮੈਟਿਕਲੀ ਬਚਪਨ ਤੋਂ ਹੀ ਹੋ ਜਾਂਦੀ, ਜਦੋਂ ਜੋੜੇ ਸਾਫ਼ ਕਰਦਾ ਹੈ, ਪ੍ਰਸ਼ਾਦੇ ਪਕਾਉਂਦਾ ਹੈ, ਦਾਲਾਂ ਵਰਤਾਉਂਦਾ ਹੈ, ਝਾੜੂ ਲਾਉਂਦਾ ਹੈ, ਪੋਚੇ ਲਾਉਂਦਾ ਹੈ, ਦਰੀਆਂ ਝਾੜਦਾ ਹੈ, ਪੱਖੇ ਚੱਲਦਾ ਹੈ। ਸੋ ਇਹ ਤੇ ਮੈਂ ਕਹਿੰਦਾ ਬੜੀ ਕਮਾਲ ਦੀ ਚੀਜ਼ ਹੈਗੀ। ਸੋ ਇਹ ਸੰਗਤ ਦੇ ਨਾਲ ਤੁਸੀਂ ਦੇਖੋ ਜਿਹੜਾ ਆਪਣਾ ਇੱਕ ਕੌਨਸਪੀਕੂਅਸ, ਇੱਕ ਪ੍ਰੋਮੀਨੈਂਟ ਰੂਪ ਜੋ ਸਿੱਖੀ ਦਾ ਪੂਰੇ ਜਗਤ ਵਿੱਚ ਬਾਹਰ ਆਇਆ ਹੈ, ਉਹਦਾ ਇੱਕ ਤੇ ਗੱਲ ਹੈ ਗੁਰਬਾਣੀ ਸੀਗੀ, ਔਰ ਗੁਰੂ ਸਾਹਿਬ ਦੇ ਪਾਏ ਪੂਰਨੇ ਸੀਗੇ। ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਰੋਕ ਕੇ ਮਹਾਮਾਰੀ ਦੇ ਵੇਲੇ ਲਾਹੌਰ ਵਿੱਚ ਜਾ ਕੇ ਕਿੱਦਾਂ ਸੇਵਾ ਕੀਤੀ, ਤੇ ਸਾਰੇ ਰਿਸੋਰਸਿਸ ਚਾਹੇ ਮਨੁੱਖੀ ਵਸੀਲੇ ਸੀਗੇ ਚਾਹੇ ਪਦਾਰਥਕ ਵਸੀਲੇ ਸੀਗੇ, ਸਾਰੇ ਸੇਵਾ ਵੱਲ ਉਹਨਾਂ ਨੇ ਲਾ ਦਿੱਤੇ। ਸੋ ਉਹ ਪੂਰਨੇ ਦੇ ਪਾਏ ਹੋਏ ਸੀਗੇ। ਤੇ ਬਾਕੀ ਮੈਂ ਕਹਿੰਦਾ ਵੀ ਜਿਹੜਾ ਗੁਰਦੁਆਰਿਆਂ ਵਿੱਚ ਜਿਹੜੇ ਗੁਰਸਿੱਖ ਭਾਗਾਂ ਵਾਲੇ ਅੰਮ੍ਰਿਤ ਵੇਲੇ ਜਾਗਦੇ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਤੇ ਉਹ ਤੇ ਉਹਨਾਂ ਦੇ ਹੱਥ ਪੈਰ ਜਿਹੜੇ ਆਲਰੇਡੀ ਉਹ ਹੰਡੇ ਹੋਏ ਨੇ, ਟ੍ਰੇਨਡ ਹੈਗੇ, ਤੇ ਅੰਦਰ ਜਜ਼ਬਾ ਵੀ ਬੜਾ ਜ਼ਬਰਦਸਤ ਹੈਗਾ ਸੇਵਾ ਵਾਲਾ। ਤੇ ਸਰਬਤ ਦਾ ਭਲਾ, ਸਰਬਤ ਦਾ ਭਲਾ ਅਸੀਂ ਬਾਰ-ਬਾਰ ਜਦ ਵੀ ਅਰਦਾਸ ਕਹਿੰਦੇ ਹਾਂ ਤੇ ਉਹ ਸਾਡੇ ਜ਼ਿਹਨ ਦਾ, ਸਾਡੀ ਸਾਈਕੀ ਦਾ ਹਿੱਸਾ ਬਣ ਚੁੱਕਾ ਹੈ ਕਿ ਸਰਬਤ ਦਾ ਭਲਾ, ਸਰਬਤ ਦਾ ਭਲਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਜਿਹੜੀ ਸੰਗਤ ਵਿੱਚ ਗੁਰੂ ਦਾ ਸਿੱਖ ਜਾਣੇ ਅਣਜਾਣੇ ਭਾਵੇਂ ਜਿੱਦਾਂ ਵੀ ਇਹ ਉਹ ਸਮਾਂ ਬਿਤਾਉਂਦਾ ਹੈ, ਉਹਦਾ ਪ੍ਰਭਾਵ, ਉਹ ਵਾਈਬਸ ਦਾ, ਉਹ ਪੋਜ਼ਿਟਿਵ એનર્ਜੀ ਕਹਿ ਲਓ, ਉਹਨੂੰ ਵਾਈਬਸ ਕਹਿ ਲਓ, ਉਹਨੂੰ ਕਿਰਨਾਂ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਹ ਗੁਰੂ ਦਾ ਆਸ਼ੀਰਵਾਦ ਜਿਹੜਾ ਹੈ, ਬਰਕਤਾਂ ਜਿਹੜੀਆਂ ਹੈ ਉਹ ਸਿੱਖ ਦੇ ਉਹਨੂੰ ਪੈਂਦੀਆਂ ਨੇ, ਉਹਨੂੰ ਮਿਲਦੀਆਂ ਨੇ। ਸੋ ਇਹ ਜਿਹੜੀ ਚੀਜ਼ ਹੈ, ਇਹ ਮੈਂ ਕਹਾਂਗਾ ਕਿ ਸੰਗਤ ਜਿਹੜੀ ਹੈ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਔਰ ਸੰਗਤ ਦੇ ਨਾਲ ਜਿਹੜੇ ਗੁਣ ਹੈਗੇ ਨੇ ਮਲਟੀਪਲਾਈ ਹੁੰਦੇ ਨੇ, ਜਿਵੇਂ ਕਿ ਕਹਿੰਦੇ ਨਾ ਵੀ ਇਹ ਫਿਰ ਇੱਕ ਵਾਰ ਇੱਕ ਦੋ ਨਹੀਂ ਹੁੰਦਾ, ਇੱਕ ਵਾਰ 11 ਹੋ ਜਾਂਦਾ।
ਤੇ ਗੁਰੂ ਦੀ ਸੰਗਤ ਤੇ ਬਿਲਕੁਲ ਕਰਾਮਾਤੀ ਹੈਗੀ। ਜਿੱਥੇ ਗੁਰੂ ਦੀ ਗੱਲ ਹੋਏ ਉੱਥੇ ਤੇ ਕਰਾਮਾਤ ਵਾਪਰਨੀ ਹੀ ਵਾਪਰਨੀ ਹੈ। ਸੋ ਜਿੱਦਾਂ ਅਸੀਂ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਮਿਲ ਸੰਗਤ ਗੁਣ ਪ੍ਰਗਾਸ, ਅਰਥਾਤ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਣ ਜਿਹੜੇ ਨੇ ਪ੍ਰਫੁੱਲਿਤ ਹੁੰਦੇ ਨੇ, ਗੁਣ ਉੱਭਰਦੇ ਨੇ, ਗੁਣ ਗਰੋ ਹੁੰਦੇ ਨੇ, ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਇਹ ਕੁਦਰਤੀ ਗੱਲ ਹੈ, ਇਹ ਅਕਾਲ ਪੁਰਖ ਪਰਮਾਤਮਾ ਦਾ, ਵਾਹਿਗੁਰੂ ਦਾ ਬਣਾਇਆ ਹੋਇਆ ਨਿਯਮ ਹੈ। ਸੋ ਇਹਦੇ ਵਿੱਚ ਇਹਨੂੰ ਅਸੀਂ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦੇ, ਪਰ ਇਹ ਇਦਾਂ ਵਾਪਰਦਾ ਹੈ, ਸਦਾ ਤੋਂ ਵਾਪਰਦਾ ਆਇਆ ਹੈ, ਅੱਜ ਵੀ ਵਾਪਰ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਵਾਪਰਦਾ ਰਹੇਗਾ। ਇਸ ਕਰਕੇ ਸਤ ਸੰਗਤ ਲਈ ਪ੍ਰਭੂ ਅੱਗੇ ਰੋਜ਼ਾਨਾ ਜੋਦੜੀ, ਮਤਲਬ ਕਿ ਇਹ ਅਰਦਾਸ ਕਰਨੀ ਚਾਹੀਦੀ ਹੈ। ਔਰ ਅਸੀਂ ਅਰਦਾਸ ਕਰਦੇ ਵੀ ਹਾਂ, ਕਹਿੰਦੇ ਹਾਂ ਸਹੀ ਪਿਆਰੇ ਗੁਰਮੁਖ ਮਿਲ ਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਹ ਸਾਡੀ ਅਰਦਾਸ ਹੁੰਦੀ ਹੈ ਵਾਹਿਗੁਰੂ ਜੀ ਅੱਗੇ, ਹੇ ਸੱਚੇ ਪਾਤਸ਼ਾਹ, ਕਿ ਸਾਡਾ ਮੇਲ ਕਿਸੇ ਗੁਰਸਿੱਖ ਦੇ ਨਾਲ ਕਰਾਓ, ਜਿਹਦੇ ਨਾਲ ਬੈਠ ਕੇ, ਜਿਹਦੇ ਨਾਲ ਗੱਲ ਕਰਕੇ, ਜਿਹਦੇ ਨਾਲ ਮਿਲ ਕੇ ਤੁਹਾਡਾ ਨਾਮ ਸਾਡੇ ਚਿੱਤ ਵਿੱਚ ਆਵੇ, ਕਿਉਂਕਿ ਨਾਮ ਹੈ ਤੇ ਸਾਡਾ ਜੀਵਨ ਹੈ। ਆਖਾਂ ਜੀਵਾਂ ਵਿਸਰੇ ਮਰ ਜਾਣ। ਭਗਤ ਰਵਿਦਾਸ ਜੀ ਕਹਿੰਦੇ ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਕਿ ਹੇ ਮਾਧਵ, ਹੇ ਮਾਇਆ ਦੇ ਪਤੀ, ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡੀ ਸਤ ਸੰਗਤ ਦੀ ਸ਼ਰਨ ਲਈ ਹੈ। ਹਮ ਔਗਣ ਤੁਮ ਉਪਕਾਰੀ, ਅਸੀਂ ਔਗਣਾਂ ਦੇ ਭਰੇ ਹਾਂ, ਪਰ ਤੁਸੀਂ ਉਪਕਾਰੀ ਹੋ। ਤੁਸੀਂ ਸੰਗਤ ਵਿੱਚ ਜਾ ਕੇ ਸਾਡੇ ਗੁਣਾਂ ਨੂੰ ਧੋ ਸਕਦੇ ਹੋ, ਸਾਡੇ ਔਗਣਾਂ ਨੂੰ ਮਾਫ ਕਰ ਸਕਦੇ ਹੋ, ਸਾਡੇ ਔਗਣਾਂ ਨੂੰ ਧੋ ਸਕਦੇ ਹੋ। ਤੁਹਾਡੀ ਸੰਗਤ ਤੋਂ ਟੁੱਟ ਕੇ ਅਸੀਂ ਔਗਣਾਂ ਦੇ ਸ਼ਿਕਾਰ ਹੋ ਜਾਂਦੇ ਹਾਂ, ਪਰ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਤੁਸੀਂ ਫਿਰ ਸਾਡੇ ਔਗਣਾਂ ਨੂੰ ਨਜ਼ਰਅੰਦਾਜ਼ ਕਰਕੇ ਸਾਨੂੰ ਗੱਲ ਨਾਲ ਲਾਉਂਦੇ ਹੋ। ਤੁਸੀਂ ਇੰਨੇ ਉਪਕਾਰੀ ਹੋ। ਤੁਮ ਮਖਤੂਲ, ਮਖਤੂਲ ਮੈਨੇ ਰੇਸ਼ਮ, ਸੁਪੇਦ ਚਿੱਟੇ, ਸਫੀਰ ਮੈਨੇ ਜਾਂ ਲਾਈਟ ਕਰੀਮ ਕਲਰ ਹੁੰਦਾ ਹੈ। ਸੋ ਇਹ ਚਿੱਟੇ ਹਲਕੇ ਪੀਲੇ ਰੇਸ਼ਮ ਹੈਗੇ ਹੋ। ਹਮ ਬਪਰੇ ਜਸ ਕੀੜਾ, ਅਸੀਂ ਦੇ ਵਿਚਾਰੇ ਜਸ ਜਿਵੇਂ ਕੀੜੇ ਹੈਗੇ, ਰੇਸ਼ਮ ਦਾ ਜਿਹਦਾ ਕੀੜਾ ਹੁੰਦਾ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁ ਮਖੀਰਾ, ਕਹਿੰਦੇ ਅਸੀਂ ਦੇ ਵਿਚਾਰੇ ਕੀੜੇ ਹਾਂ, ਕੀੜਾ ਰੇਸ਼ਮ ਤੋਂ ਟੁੱਟ ਕੇ ਵਿਚਾਰਾ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਸਾਡੀ ਵੀ ਉਹੀ ਹਾਲਤ ਹੈ, ਤੁਸੀਂ ਰੇਸ਼ਮ ਹੋ, ਅਸੀਂ ਵਿਚਾਰੇ ਕੀੜੇ ਹਾਂ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ, ਮਧੁਪ ਦਾ ਮਤਲਬ ਹੈਗਾ ਇਹ ਆਪਣਾ ਮਧੂਮੱਖੀ, ਮਧੁਪ ਹਾਂ ਮਧੂ ਪੀਣ ਵਾਲੀ, ਜਾਂ ਮਧੁਪ ਦਾ ਮਤਲਬ ਮਖੀਰਾ ਦੇ ਮਤਲਬ ਮਖੀਲ, ਮਖੀਰਾ ਦਾ ਮਤਲਬ ਹੈ ਮਧੂਮੱਖੀ ਦਾ ਛੱਤਾ, ਤੇ ਮਧੁਪ ਹੈਗਾ ਮਧੂਮੱਖੀ। ਸੋ ਕਹਿੰਦੇ ਜਿਵੇਂ ਮਖੀਲ ਹੈਗਾ, ਜਿਹੜੀ ਮਧੂਮੱਖੀਆਂ ਨੇ ਉਹ ਛੱਤੇ ਨੂੰ ਚਿੰਬੜੀਆਂ ਰਹਿੰਦੀਆਂ ਨੇ। ਕਹਿੰਦੇ ਹੇ ਸੱਚੇ ਪਾਤਸ਼ਾਹ, ਮੇਰੇ ਤੇ ਵੀ ਇਸ ਤਰ੍ਹਾਂ ਕਿਰਪਾ ਕਰੋ ਕਿ ਮੈਂ ਵੀ ਸਤ ਸੰਗਤ ਦੇ ਨਾਲ ਇਦਾਂ ਜੁੜਿਆ ਰਵਾਂ ਜਿਵੇਂ ਮਧੂਮੱਖੀਆਂ ਜਿਹੜੀਆਂ ਨੇ ਆਪਣੇ ਛੱਤੇ ਨਾਲ ਚਿੰਬੜ ਕੇ ਰਹਿੰਦੀਆਂ ਨੇ। ਸੋ ਮੈਨੂੰ ਵੀ ਤੁਸੀਂ ਕਿਰਪਾ ਕਰੋ, ਮੈਨੂੰ ਸਤ ਸੰਗਤ ਬਖਸ਼ੋ। ਸਾਡੇ ਅਸਲ ਮਿੱਤਰ ਕੌਣ? ਆਮ ਤੌਰ ਤੇ ਬੰਦਾ ਕਹਿੰਦਾ ਜੀ ਫਲਾਣੇ ਬੰਦੇ ਨਾਲ ਬਣਾ ਕੇ ਰੱਖੋ, ਫਲਾਣਾ ਬੰਦਾ IAS ਅਫਸਰ ਹੈਗਾ, ਫਲਾਣੇ ਬੰਦੇ ਨਾਲ ਬਣਾ ਕੇ ਰੱਖੋ ਸਰਪੰਚ ਹੈਗਾ, ਫਲਾਣੇ ਬੰਦੇ ਨਾਲ ਬਣਾ ਕੇ ਰੱਖੋ ਉਹ ਜੀ ਹੈ ਵੱਡਾ ਡਿਪਟੀ ਕਮਿਸ਼ਨਰ ਹੈਗਾ, ਫਲਾਣੇ ਬੰਦੇ ਨਾਲ ਬਣਾ ਕੇ ਰੱਖੋ ਜੀ IG ਹੈਗਾ, ਫਲਾਣੇ ਬੰਦੇ ਨਾਲ ਬਣਾ ਕੇ ਰੱਖੋ MP ਹੈਗਾ। ਇਹ ਜਣੇ ਖਣੇ ਕਿੰਨੇ ਨੇ? ਗੁਰੂ ਸਾਹਿਬ ਤੇ ਕਹਿੰਦੇ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਇਹਨਾਂ ਨੂੰ ਅਵੇ ਤਵੇ ਕਿਹਾ। ਪਰ ਸਾਨੂੰ ਮਿੱਤਰ ਦੀ ਡੈਫੀਨੇਸ਼ਨ ਵੀ ਦੇ ਦਿੱਤੀ ਹੈ ਕਿ ਅਸਲੀ ਮਿੱਤਰ ਕੌਣ ਨੇ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਵੰਝੈ ਮਾਨੇ ਭੱਜ ਜਾਏ, ਦੂਰ ਹੋ ਜਾਏ, ਦੁਰਮਤ ਮਾਨੇ ਭੈੜੀ ਮਤ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਭੈੜੀ ਮਤ ਦੂਰ ਹੋ ਜਾਏ, ਮਿੱਤਰ ਸਾਡੇ ਸਹੀ, ਸਾਡੇ ਅਸਲੀ ਮਿੱਤਰ ਉਹ ਨੇ। ਹਉ ਢੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਗਈ, ਪਰ ਇਹ ਨਾਨਕ ਇਹੋ ਜਿਹੇ ਸੱਜਣ, ਇਹੋ ਜਿਹੇ ਮਿੱਤਰ ਬੜੇ ਵਿਰਲੇ ਹੁੰਦੇ ਨੇ, ਘੱਟ ਹੁੰਦੇ ਨੇ। ਤੇ ਗੁਰੂ ਸਾਹਿਬ ਤੇ ਕਹਿੰਦੇ ਮੈਂ ਸਾਰੇ ਜਗਤ ਵਿੱਚ ਇਹੋ ਜਿਹਿਆਂ ਨੂੰ ਲੱਭਦੀ ਫਿਰਦੀ ਹੈ। ਅਰਥਾਤ ਇਹਦਾ ਮਤਲਬ ਕੀ ਹੋਇਆ ਕਿ ਸਤ ਸੰਗਤ ਕਰਨ ਲਈ ਸਾਨੂੰ ਉਚੇਚ ਕਰਨੀ ਪੈਂਦੀ ਹੈ। ਸਾਨੂੰ ਜਦ ਪਤਾ ਲੱਗੇ ਕੋਈ ਬੰਦਾ ਗੁਣਵਾਨ ਹੈ, ਉਹਦੀ ਸੰਗਤ ਕਰਨੀ ਚਾਹੀਦੀ ਹੈ। ਉਹਦੀ ਗੱਡੀ ਦੇਖ ਕੇ, ਉਹਦੀ ਕੋਠੀ ਦੇਖ ਕੇ, ਉਹਦਾ ਕੋਈ ਸਮਾਜਿਕ ਰੁਤਬਾ ਦੇਖ ਕੇ ਸਾਨੂੰ ਉਹਦੇ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ। ਉਹਦੇ ਜਿਹੜੇ ਗੁਣ ਹੈਗੇ ਨੇ, ਆਤਮਿਕ ਗੁਣ, ਉਹਨਾਂ ਵੱਲ ਦੇਖ ਕੇ ਸਾਨੂੰ ਦੋਸਤੀ ਕਰਨੀ ਚਾਹੀਦੀ ਹੈ, ਤਾਂ ਕਿ ਉਹਦੀ ਸੰਗਤ ਵਿੱਚ ਬੈਠ ਕੇ ਸਾਡੇ ਵਿੱਚ ਵੀ ਉਹਨਾਂ ਗੁਣਾਂ ਦਾ ਪ੍ਰਕਾਸ਼ ਹੋਵੇ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮੇਰੇ ਹਰੀ ਪ੍ਰੀਤਮ ਦੀ ਮੈਨੂੰ ਕੋਈ ਗੱਲਬਾਤ ਸੁਣਾਵੇ ਤੇ ਮੇਰੇ ਵਾਸਤੇ ਤੇ ਉਹੀ ਮੇਰਾ ਭਰਾ ਹੈ, ਉਹੀ ਮੇਰਾ ਵੀਰਾ ਹੈ। ਸਤ ਸੰਗਤ ਚੋਂ ਲਾਭ ਲੈਣ ਲਈ ਨਿਮਰਤਾ ਅਤ ਜ਼ਰੂਰੀ ਹੈ। ਹੁਣ ਸਤਸੰਗ 'ਚ ਬੜੇ ਬੰਦੇ ਆਉਂਦੇ ਨੇ, ਜਿੱਥੇ ਮੇਲੇ ਲੱਗਦੇ ਨੇ ਗੁਰੂਆਂ ਦੇ, ਸੰਗਤ ਹੁੰਦੀ ਹੈ, ਉੱਥੇ ਤੇ ਪਾਕਟ ਮਾਰ ਵੀ ਪਹੁੰਚ ਜਾਂਦਾ, ਉੱਥੇ ਕੋਈ ਵਿਕਾਰੀ ਮਨੁੱਖ ਵੀ ਪਹੁੰਚ ਜਾਂਦਾ,
ਸੰਗਤ ਤੇ ਸਾਰਿਆਂ ਲਈ ਖੁੱਲੀ ਹੈਗੀ ਹੈ, ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸੰਗਤ ਤੋਂ ਸਾਨੂੰ ਕੋਈ ਲਾਭ ਪ੍ਰਾਪਤ ਹੋਵੇ ਤੇ ਉਹਦੇ ਲਈ ਨਿਮਰਤਾ ਬੜੀ ਜ਼ਰੂਰੀ ਹੈ। ਫਿਰ ਸੰਗਤ ਕਰਨ ਲੱਗਿਆ ਸਾਨੂੰ ਦਿਮਾਗ 'ਚ ਇਹ ਨਹੀਂ ਰੱਖਣਾ ਚਾਹੀਦਾ ਮੈਂ ਬੜਾ ਵੱਡਾ ਜ਼ਿਮੀਂਦਾਰ ਹੈਗਾ, ਮੈਂ ਇੰਨੀ ਫੈਕਟਰੀਆਂ ਦਾ ਮਾਲਕ ਹੈਗਾ, ਮੈਂ ਇੰਨਾ ਪੜ੍ਹਿਆ ਲਿਖਿਆ ਹੈਗਾ, ਮੇਰੇ ਥੱਲੇ ਇੰਨੇ ਬੰਦੇ ਕੰਮ ਕਰਦੇ ਹੈਗੇ ਨੇ, ਮੈਂ ਇੱਕ ਹੁਕਮ ਕਰਦਾ ਤੇ ਇਹ ਹੋ ਜਾਂਦਾ, ਮੈਂ ਵੱਡਾ ਮਿਨਿਸਟਰ ਹੈਗਾ, ਮੈਂ ਇਹ ਹੈਗਾ, ਮੈਂ ਉਹ ਹੈਗਾ। ਸੋ ਇਹ ਜਿਹੜਾ ਜਜ਼ਬਾ ਹੈ ਇਹ ਬੜਾ ਹੀ ਖਤਰਨਾਕ ਹੈ। ਇਹ ਜਿਹੜਾ ਭਾਵ ਮੈਂ ਦਾ ਹੈ, ਇਹ ਸਾਨੂੰ ਸਤਸੰਗਤ ਤੋਂ ਲਾਭ ਕਦੀ ਵੀ ਲੈਣ ਨਹੀਂ ਦੇਗਾ। ਸੋ ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬਿਰਵਾ ਦਾ ਛੋਟਾ ਜਿਹਾ ਬੂਟਾ, ਕਹਿੰਦੇ ਇਹ ਕਬੀਰ ਚੰਦਨ ਦਾ ਛੋਟਾ ਜਿਹਾ ਬੂਟਾ ਕਿੰਨਾ ਚੰਗਾ ਹੈ, ਬੇੜਿਓ ਢਾਕ ਪਲਾਸ, ਛਿਛਰੇ ਤੇ ਪਲਾਹੀ ਦੇ ਬੂਟੇ ਉਹਨੂੰ ਘੇਰ ਕੇ ਰੱਖਦੇ ਨੇ, ਆਲੇ ਦੁਆਲੇ ਉਹਦੇ ਜੰਗਲੀ ਬੂਟੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈਗਾ, ਪਰ ਕਹਿੰਦੇ ਉਹੀ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਪਰ ਕਹਿੰਦੇ ਦੇਖੋ ਚੰਦਨ ਦਾ ਛੋਟਾ ਜਿਹਾ ਬੂਟਾ ਇੰਨਾ ਖੁਸ਼ਬੂਦਾਰ, ਇੰਨਾ ਗੁਣਵਾਨ, ਉਹ ਜਿਹੜੇ ਵਿਚਾਰੇ ਸਧਾਰਨ ਜਿਹੇ ਬੂਟੇ ਉਹਦੇ ਆਲੇ ਦੁਆਲੇ ਨੇ, ਉਹ ਚੰਦਨ ਦੇ ਨੇੜੇ ਰਹਿ ਕੇ ਉਹ ਕੀ ਹੋ ਗਿਆ, ਉਹ ਵੀ ਚੰਦਨ ਹੋ ਜਾਂਦੇ ਨੇ, ਉਹਨਾਂ ਵਿੱਚ ਵੀ ਚੰਦਨ ਦੀ ਸੁਗੰਧ ਖੁਸ਼ਬੂ ਆ ਜਾਂਦੀ ਹੈ। ਪਰ ਇਹਦੇ ਦੂਜੇ ਬੱਟੇ ਕੀ ਹੈਗਾ, ਇਹਦਾ ਅਗਲਾ ਸ਼ਲੋਕ ਹੈਗਾ, ਕਹਿੰਦੇ ਕਬੀਰ ਬਾਂਸ ਵਡਾਈ ਬੂਢਿਆ, ਕਹਿੰਦੇ ਇਹ ਕਬੀਰ ਜਿਹੜਾ ਬਾਂਸ ਹੈ ਨਾ, ਬਾਂਸ ਉਹ ਆਪਣੇ ਲੰਮੇ ਹੋਣ ਕਰਕੇ, ਚਮਕੀਲਾ ਹੋਣ ਕਰਕੇ, ਉੱਚਾ ਹੋਣ ਕਰਕੇ ਉਹ ਡੁੱਬ ਗਿਆ, ਇਸ ਵਡਿਆਈ 'ਚ ਡੁੱਬ ਗਿਆ। ਕਹਿੰਦੇ ਯੂ ਮਤ ਡੁੱਬੋ ਕੋਏ, ਕਹਿੰਦੇ ਭਾਈ ਇਹ ਬਾਂਸ ਵਾਲੀ ਗਲਤੀ ਤੁਸੀਂ ਨਾ ਕਰਿਓ, ਕਿਤੇ ਐਵੇਂ ਡੁੱਬ ਨਾ ਜਾਇਓ। ਕਹਿੰਦੇ ਚੰਦਨ ਕੈ ਨਿਕਟੈ ਬਸੈ, ਉਹ ਜਿਹੜਾ ਬਾਂਸ ਹੈ ਚੰਦਨ ਦੇ ਨੇੜੇ ਹੀ ਰਹਿੰਦਾ ਹੈ, ਪਰ ਬਾਂਸ ਸੁਗੰਧ ਨਾ ਹੋਏ, ਪਰ ਫਿਰ ਵੀ ਬਾਂਸ ਦੇ ਵਿੱਚ ਸੁਗੰਧ ਨਹੀਂ ਆਉਂਦੀ। ਹੁਣ ਇੱਥੇ ਇੱਕ ਬੜੀ ਰੋਚਕ ਗੱਲ ਦੱਸਣਾ ਚਾਹੁੰਦਾ ਕਿ ਸਿੱਖ ਇਤਿਹਾਸ ਵਿੱਚ, ਗੁਰ ਇਤਿਹਾਸ ਵਿੱਚ ਬਾਂਸ ਦੀ ਮਿਸਾਲ ਭਗਤ ਆਪਣਾ ਭਾਈ ਗੁਰਦਾਸ ਜੀ ਨੇ ਦਿੱਤੀ ਹੈ, ਜਿਸ 'ਚ ਧੀਰ ਆਪਣਾ ਪ੍ਰਿਥੀ ਚੰਦ ਦਾ ਨਾਮ ਵੀ ਆਇਆ ਤੇ ਸ਼੍ਰੀ ਚੰਦ ਦਾ ਨਾਮ ਵੀ ਆਇਆ, ਤੇ ਉਹ ਅਖੀਰ ਵਿੱਚ ਫਿਰ ਕੀ ਫੈਸਲਾ ਕਹਿੰਦੇ ਨੇ, ਕਹਿੰਦੇ ਚੰਦਨ ਬਾਸ ਨਾ ਬਾਂਸ ਬੁਹਾਇਆ, ਬੁਹਾਇਆ ਉਹਨੇ ਸੁਗੰਧਿਤ ਨਹੀਂ ਹੁੰਦਾ। ਕਹਿੰਦੇ ਸ਼੍ਰੀ ਚੰਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਗਾ ਪੁੱਤਰ ਸੀਗਾ, ਆਪਣਾ ਪੁੱਤਰ ਸੀ, ਪਰ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਉਹ ਸੁਗੰਧੀ ਗੁਣਾ ਦੀ ਨਾਂ ਲੈ ਸਕਿਆ। ਕਹਿੰਦੇ ਚੰਦਨ ਬਾਸ ਨਾ ਬਾਂਸ ਬੁਹਾਇਆ, ਵੀ ਚੰਦਨ ਦੀ ਬਾਸਨਾ ਦੇ ਨਾਲ, ਚੰਦਨ ਦੀ ਸੁਗੰਧ ਦੇ ਨਾਲ ਬਾਂਸ ਜਿਹੜਾ ਹੈ ਉਹ ਸੁਗੰਧਿਤ ਨਹੀਂ ਹੁੰਦਾ। ਪ੍ਰਿਥੀ ਚੰਦ ਵੀ ਉਹ ਗੁਣ ਨਹੀਂ ਲੈ ਸਕਿਆ, ਕਿਉਂਕਿ ਉਹ ਅਹੰਕਾਰ ਦਾ ਸ਼ਿਕਾਰ ਰਹੇ, ਤੇ ਚਾਹੇ ਜਾਤ ਪਾਤ ਦਾ ਅਹੰਕਾਰ ਸੀ ਜਾਂ ਕੋਈ ਵੀ ਅਹੰਕਾਰ ਸੀਗਾ, ਉਹ ਸੰਗਤ ਤੋਂ ਲਾਭ ਨਾ ਲੈ ਸਕੇ। ਸੋ ਇਸ ਕਰਕੇ ਜੇ ਅਸੀਂ ਚਾਹੁੰਦੇ ਕਿ ਸਾਨੂੰ ਸੰਗਤ ਤੋਂ ਲਾਭ ਮਿਲੇ ਤੇ ਸਾਨੂੰ ਫਿਰ ਨਿਮਾਣੇ ਹੋ ਕੇ ਜਾਣਾ ਚਾਹੀਦਾ ਹੈ, ਆਪਣੀ ਜਿਹੜੀ ਦੁਨਿਆਵੀ ਵਡਿਆਈਆਂ ਜਿਹੜੀਆਂ ਨੇ ਉਹਨਾਂ ਨੂੰ ਪਰੇ ਰੱਖ ਦੇਣਾ ਚਾਹੀਦਾ ਹੈ। ਤੇ ਅਗਲੀ ਗੱਲ, ਸੰਗਤ ਸਰੀਰ ਕਰਕੇ ਨਹੀਂ ਹੁੰਦੀ, ਵਿਚਾਰਾਂ ਕਰਕੇ ਹੁੰਦੀ ਹੈ। ਜਿਵੇਂ ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹੋ। ਬਾਬਾ ਸ਼੍ਰੀ ਚੰਦ ਤੇ ਗੁਰੂ ਨਾਨਕ ਦੇਵ ਜੀ ਦੇ ਬੜੇ ਨੇੜੇ ਸੀਗੇ, ਉਹਨਾਂ ਦੇ ਬੱਚੇ ਸੀਗੇ। ਸੋ ਫਿਜ਼ੀਕਲ ਜਿਹੜੀ ਦੂਰੀ ਹੈ, ਫਿਜ਼ੀਕਲ ਜਾਂ ਜਿਹੜੀ ਪ੍ਰੋਕਸੀਮਿਟੀ ਹੈ, ਉਹ ਕੋਈ ਮਾਇਨੇ ਨਹੀਂ ਰੱਖਦੀ। ਗੁਰੂ ਨਾਲ ਮੇਲ ਤਾਂ ਹੀ ਬਣਦਾ ਹੈ ਜਦੋਂ ਮਨ ਜਿਹੜਾ ਹੈ ਉਹ ਗੁਰੂ ਨੂੰ ਅਰਪਣ ਹੁੰਦਾ ਹੈ, ਮਨ ਗੁਰੂ ਦੀ ਹਾਜ਼ਰੀ ਵਿੱਚ ਹੁੰਦਾ ਹੈ। ਅਖੀਰ ਵਿੱਚ ਇੱਕ ਭਗਤ ਭਾਈ ਗੁਰਦਾਸ ਜੀ ਦਾ ਕਵਿਤ ਤੇ ਫਿਰ ਕਲਾਸ ਦੀ ਸਮਾਪਤੀ ਹੈ ਜੀ। ਕਾਹੂ ਦਸ਼ਾ ਕੇ ਪਵਨ ਗਵਨ ਕੈ ਬਰਖਾ ਹੈ, ਕਿਸੇ ਦਸ਼ਾ ਦੀ, ਕਿਸੇ ਅਵਸਥਾ ਦੀ ਪਵਨ ਦੇ ਗਵਨ ਫਿਰਨ ਦੇ ਨਾਲ ਮੀਂਹ ਪੈਂਦਾ ਹੈ। ਕਾਹੂ ਦਸ਼ਾ ਕੇ ਪਵਨ ਬਾਦਰ ਬਿਲਾਤ ਹੈ, ਤੇ ਕੋਈ ਹਵਾ ਐਸੀ ਆਉਂਦੀ ਹੈ ਕਿ ਬੱਦਲ, ਪਾਣੀ ਵਾਲੇ ਬੱਦਲ ਜਿਹੜੇ ਉਡਾ ਕੇ ਲੈ ਜਾਂਦੀ ਹੈ। ਹੁੰਦੀਆਂ ਦੋਨੋਂ ਹਵਾਵਾਂ ਨੇ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕੋਈ ਪਾਣੀ ਐਸਾ ਹੁੰਦਾ ਹੈ ਜਿਹਨੂੰ ਪੀ ਕੇ ਸਰੀਰ ਅਰੋਗੀ ਰਹਿੰਦਾ ਹੈ। ਕਾਹੂ ਜਲ ਪਾਨ ਵਿਆਪੈ ਬ੍ਰਿਥਾ ਬਿਲਲਾਤ ਹੈ, ਤੇ ਕਿਸੇ ਜਲ ਦੇ ਪੀਣ ਦੇ ਨਾਲ ਮਨੁੱਖ ਰੋਗੀ ਬਣ ਜਾਂਦਾ ਹੈ ਤੇ ਕੁਰਲਾਉਂਦਾ ਹੈ, ਦੁਖੀ ਹੁੰਦਾ ਹੈ, ਰੋਗ ਹੋ ਜਾਂਦੇ ਨੇ। ਕਾਹੂ ਗ੍ਰਹਿ ਕੀ ਅਗਨ ਪਾਕ ਸਾਗ ਸਿੱਧ ਕਰੈ, ਪਾਕ ਮੈਨੇ ਪਕਵਾਨ, ਸਾਗ ਮੈਨੇ ਸਬਜ਼ੀਆਂ, ਸਾਗ ਸਬਜ਼ੀਆਂ। ਕੋਈ ਕਿਸੇ ਘਰ ਦੀ ਅੱਗ ਐਸੀ ਹੁੰਦੀ ਹੈ ਜਿਹਦੇ ਨਾਲ ਪਕਵਾਨ ਤੇ ਸਬਜ਼ੀਆਂ ਬਣਦੀਆਂ ਨੇ, ਬਣਾਉਣ 'ਚ ਸਹਾਈ ਹੁੰਦੀ ਹੈ। ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਪਰ ਕੋਈ ਅੱਗ ਐਸੀ ਹੁੰਦੀ ਹੈ ਜਿਹੜੀ ਪੂਰੀ ਬਿਲਡਿੰਗ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਹੁੰਦੀ ਉਹ ਵੀ ਅੱਗ ਹੀ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਿਸੇ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਜੀਵਨ ਸਫਲ ਹੋ ਜਾਂਦਾ ਹੈ। ਤੇ ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ, ਤੇ ਕਿਸੇ ਦੀ ਸੰਗਤ ਕਰਕੇ ਜਮਪੁਰੀ ਜਿਹੜੀ ਹੈ ਨਰਕ ਹੈਗਾ, ਜੀਵਨ ਨਰਕ ਬਣ ਜਾਂਦਾ ਹੈ, ਉੱਥੇ ਵਾਲੇ ਪਾਸੇ ਬੰਦਾ ਤੁਰ ਜਾਂਦਾ ਹੈ। ਸੋ ਇਸ ਕਰਕੇ ਜਿਹੜੀ ਸੰਗਤ ਹੈਗੀ ਹੈ ਉਹ ਬੜੀ ਹੀ ਕੀਮਤੀ ਹੈ। ਸੋ ਇਹ ਜਿਹੜਾ ਇਸ ਕਰਕੇ ਸਾਨੂੰ ਸੰਗਤ ਜਿਹੜੀ ਆਪਣੀ ਬੜੇ ਧਿਆਨ ਦੇ ਨਾਲ ਸੋਚ ਵਿਚਾਰ ਕੇ ਚੁਣਨੀ ਚਾਹੀਦੀ ਹੈ। ਸਭ ਤੋਂ ਪਹਿਲੇ ਸੰਗਤ
ਸਾਡੀ ਸਹਿਜ ਪਾਠ ਦੀ ਹੈ, ਅਸੀਂ ਸਾਰੇ ਸਹਿਜ ਪਾਠ ਕਰਿਆ। ਜਦੋਂ ਸਹਿਜ ਪਾਠ ਕਰਦੇ ਹਾਂ ਤੇ ਅਸੀਂ ਉਸ ਵੇਲੇ ਗੁਰੂ ਸਾਹਿਬ ਦੀ ਸੰਗਤ ਵਿੱਚ ਹੀ ਬੈਠੇ ਹੁੰਦੇ ਹਾਂ। ਸਿਰਫ ਗੁਰੂ ਸਾਹਿਬ ਦੀ ਨਹੀਂ, 35 ਮਹਾਂਪੁਰਖਾਂ ਦੀ ਸੰਗਤ ਵਿੱਚ ਅਸੀਂ ਬੈਠੇ ਹੁੰਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਹਾਂ। ਸੋ ਗੁਰੂ ਦੀ ਬਾਣੀ ਪੜ੍ਹ ਕੇ ਸਾਨੂੰ ਸੰਗਤ ਦੀ ਪਛਾਣ ਵੀ ਹੋ ਜਾਂਦੀ। ਫਿਰ ਬਾਅਦ ਚੋਂ ਫਿਰ ਜਿਹੜੇ ਬਾਣੀ ਪੜ੍ਹਦੇ ਹਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਕਿਹੋ ਜਿਹੇ ਮਨੁੱਖਾਂ ਦੇ ਨਾਲ ਅਸੀਂ ਬੈਠਣਾ ਹੈ, ਉੱਠਣਾ ਹੈ ਤੇ ਉਹਨਾਂ ਦੇ ਨਾਲ ਆਪਣਾ ਸਮਾਂ ਬਿਤਾਉਣਾ ਹੈ। ਸੋ ਐਸੀ ਵਿਚਾਰਾਂ ਸੰਗਤ ਦੇ ਬਾਰੇ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਇਹ YouTube ਚੈਨਲ ਦਾਸ ਦਾ ਹੈਗਾ ਚਟਸਾਲ, ਇਹ ਤੇ ਤੁਸੀਂ ਜਾ ਕੇ ਪੜ੍ਹਾਈ ਦੇ ਚੈਨਲ, ਪੜ੍ਹਾਈ ਦੇ ਵੀਡੀਓਜ਼ ਤੇ ਗੁਰਬਾਣੀ ਦੇ ਵੀਡੀਓਜ਼ ਦੇਖ ਸਕਦੇ ਹੋ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।